ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ਼। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਤਿਨਹੁ ਨਾ ਹੇਰੇ ਆਨ ਹਮਾਰੇ। ਅਰ ਨਾ ਮਿਲੈ ਆਏ ਤਿਸ ਪਾਰੇ। ਬ੍ਰਾਹਮ ਪੁੱਤਰ ਕੇ ਪਾਰ ਜਿਵਾਵੈ। ਪਾਵਨ ਚਰਨ ਆਪਣੇ ਪਾਵੋ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਸਤਿਗੁਰਾਂ ਦੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਪਿਆਰ ਅਦਬ ਭਾਵਨਾ ਸਹਿਤ ਰੋਜ਼ਾਨਾ ਸਰਵਣ ਕਰਦੇ ਹੋ। ਚੱਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਜੀ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰਨੀ ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਜਾ ਬਿਸ਼ਨ ਸਿੰਘ ਜੀ ਹੋਰਾਂ ਦੇ ਨਾਲ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਬੰਗਾਲ ਦੇਸ਼ ਦੀ ਮੁਹਿੰਮ ਤੇ ਪਹੁੰਚੇ ਸਨ। ਜਾਦੂਈ ਤਾਕਤਾਂ ਬੰਗਾਲੀਆਂ ਨੇ ਬਹੁਤ ਮੰਤਰ ਪੜ੍ਹ ਕੇ ਹਰਾਉਣ ਦਾ ਯਤਨ ਕੀਤਾ, ਪਰੰਤੂ ਪੂਰੇ ਗੁਰੂ ਦੀ ਬਖਸ਼ਿਸ਼ ਇੱਕ ਵੀ ਮੰਤਰ ਕੰਮ ਨਾ ਆਇਆ। ਹਾਰ ਕੇ ਉਸ ਦੇਸ਼ ਦਾ ਜਿਹੜਾ ਰਾਜਾ ਹੈ ਉਹ ਆਪ ਚੱਲ ਕੇ ਇੱਧਰ ਬ੍ਰਹਮਪੁੱਤਰ ਦੇ ਉਰਲੇ ਪਾਸੇ ਆ ਕਰਕੇ ਮਹਾਰਾਜ ਜੀ ਦਾ ਦਰਸ਼ਨ ਕਰਦਾ ਹੈ। ਵੇਖਣਾ ਚਾਹੁੰਦਾ ਹੈ ਕਿ ਕਿੰਨੀ ਤਾਕਤ ਹੈ ਉਸ ਪੁਰਖ ਦੇ ਅੰਦਰ ਜਿਨੇ ਸਾਡੇ ਸਾਰੇ ਮੰਤਰਾਂ ਦਾ ਅਸਰ ਖਤਮ ਕਰ ਦਿੱਤਾ ਹੈ। ਜਦ ਆ ਕੇ ਦਰਸ਼ਨ ਕੀਤਾ
ਮਹਾਰਾਜ ਜੀ ਕੀ ਬਖਸ਼ਿਸ਼ ਮਿਲੀ, ਬਹੁਤ ਪ੍ਰਸੰਨ ਹੋਇਆ। ਫਿਰ ਜੋ ਮਹਾਰਾਜ ਚਾਹੁੰਦੇ ਸਨ ਕਿ ਦੋਵਾਂ ਰਾਜਿਆਂ ਦੀ ਆਪਸ ਵਿੱਚ ਸੰਧੀ ਮੇਲ ਕਰਵਾ ਦਿੱਤਾ ਜਾਏ, ਤਾਂ ਜੋ ਇਹ ਜੰਗ ਬਿਨਾਂ ਕਿਸੇ ਨੁਕਸਾਨ ਤੋਂ ਇੱਥੇ ਹੀ ਮੁਕਾ ਦਿੱਤੀ ਜਾਏ, ਖਤਮ ਹੋ ਜਾਏ। ਵਾਰਤਾਲਾਪ ਹੋਈ। ਉਥੋਂ ਦੇ ਰਾਜੇ ਨੇ ਗੱਲ ਕਹੀ ਕਿ ਅਸੀਂ ਤੁਹਾਡੇ ਨਾਲ ਮੇਲ ਮਿਲਾਪ ਕਰ ਲਵਾਂਗੇ, ਪਰੰਤੂ ਤੁਹਾਡੀ ਫੌਜ ਵਿੱਚ ਜਿਹੜੇ ਤੁਰਕ ਸਿਪਾਹੀ ਨੇ ਉਹਨਾਂ ਨੂੰ ਸਾਨੂੰ ਨਾ ਮਿਲਾਉਣਾ, ਕਿਉਂਕਿ ਅਸੀਂ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ। ਬਾਕੀ ਜਿਹੜੀ ਹਿੰਦੂ ਸਿਪਾਹੀ ਨੇ ਜਾਂ ਹੋਰ ਜਿਹੜੇ ਸਿਪਾਹੀ ਰਾਜਦਾਰ ਨੇ, ਉਹਨਾਂ ਨੂੰ ਲੈ ਕਰਕੇ ਤੁਸੀਂ ਸਾਡੇ ਪਾਸ ਆ ਸਕਦੇ ਹੋ। ਬ੍ਰਹਮਪੁੱਤਰ ਨਦੀ ਦੇ ਪਾਰਲੇ ਬੰਨੇ ਸਾਡੇ ਦੇਸ਼ ਵਿੱਚ ਤੁਸੀਂ ਆਓ, ਅਸੀਂ ਤੁਹਾਡਾ ਸਨਮਾਨ ਕਰਾਂਗੇ। ਇਸ ਵਿਧ ਸਤਿਗੁਰਾਂ ਨੂੰ ਇਹ ਕਹਿ ਕਰਕੇ ਜਿਹੜਾ ਉਸ ਦੇਸ਼ ਦਾ ਰਾਜਾ ਹੈ ਉਹ ਵਾਪਸ ਜਾਂਦਾ ਹੈ। ਜਿਵੇਂ ਵਾਰਤਾਲਾਪ ਹੋਈ ਉਸ ਦਾ ਜ਼ਿਕਰ ਭਾਈ ਸਾਹਿਬ ਜੀਆਂ ਨੇ ਅੱਗੇ ਕੀਤਾ ਹੈ। ਬ੍ਰਹਮਪੁੱਤਰ ਕੇ ਪਾਰ ਜੇ ਆਵੋ, ਪਾਵਨ ਚਰਨ ਆਪਣੋ ਪੁਜਵਾਵੋ, ਕਿ ਜੇਕਰ ਤੁਸੀਂ ਇੱਦਾਂ ਸਾਡੀ ਗੱਲ ਨੂੰ ਮੰਨ ਕੇ ਤੇ ਬ੍ਰਹਮਪੁੱਤਰ ਨਦੀ ਦੇ ਪਾਰਲੇ ਬੰਨੇ ਭਾਵ ਸਾਡੇ ਕਾਮਰੂ ਦੇਸ਼ ਵਿੱਚ, ਬੰਗਾਲ ਦੇਸ਼ ਵਿੱਚ ਆਉਂਦੇ ਹੋ, ਤੇ ਫਿਰ ਉੱਥੇ ਅਸੀਂ ਆਪ ਜੀ ਕੀ ਸ਼ਰਧਾ ਸਹਿਤ ਪੂਜਾ ਕਰਾਂਗੇ ਜੀ। ਦੇਸ ਪੁਨੀਤ ਕਰੋ ਤੁਮ ਆਏ, ਕਿਉਂਕਿ ਆਪ ਵੱਡੀ ਅਜ਼ਮਤ ਦੇ ਮਾਲਕ ਹੋ। ਆਪ ਜੀ ਕੇ ਪਾਸ ਤਾਂ ਸਾਡੇ ਮੰਤਰਾਂ ਤੋਂ ਵੀ ਵੱਡੇ ਮੰਤਰ ਹਨ, ਵੱਡੀਆਂ ਬਖਸ਼ਿਸ਼ਾਂ ਹਨ। ਤੇ ਜੇ ਕਿਤੇ ਆਪ ਜੀ ਕੇ ਚਰਨ ਸਾਡੇ ਦੇਸ਼ ਵਿੱਚ ਪੈ ਜਾਣ ਤੇ ਅਸੀਂ ਸਮਝਾਂਗੇ ਕਿ ਸਾਡੇ ਸੁਭਾਗ ਨੇ, ਸਾਡੇ ਦੇਸ਼ ਦੀ ਧਰਤੀ ਵੀ ਪਵਿੱਤਰ ਹੋ ਗਈ ਹੈ ਜੀ। ਸਗਰੇ ਨਰ ਸ਼ੁਭ ਦਰਸ਼ਨ ਪਾਏ, ਤੇ ਜਿਹੜੇ ਸਾਡੇ ਨਗਰ ਦੇ, ਸਾਡੇ ਦੇਸ਼ ਦੇ ਵਾਸੀ ਹਨ, ਕਾਮਰੂ ਦੇਸ਼ ਵਾਸੀ ਜਿਹੜੇ ਹਨ ਬੰਗਾਲ ਦੇ, ਸੋ ਉਹ ਵੀ ਆਪ ਜੀ ਦਾ ਦਰਸ਼ਨ ਪ੍ਰਾਪਤ ਕਰਕੇ ਜੀਵਨ ਸਫਲ ਕਰਨਗੇ ਜੀ। ਹੋਏ ਕਿਰਤਾਰਥ ਦੇ ਉਪਾਇਨ, ਤੇ ਜੋ ਵੀ ਆਪ ਜੀ ਕੇ ਦਰਸ਼ਨਾਂ ਦੇ ਮੁੱਖ ਰੱਖ ਕੇ ਕੋਈ ਭੇਟਾ ਆਦਿਕ ਦੇਵੇਗਾ, ਜਿਹੜੀ ਵਸਤੂ ਭੇਟ ਕਰੇਗਾ, ਉਹਦਾ ਵੀ ਉਹ ਭੇਟ ਕੀਤਾ ਹੋਇਆ ਪਦਾਰਥ ਤੇ ਉਹਦੀ ਕਮਾਈ ਆਦਿਕ ਸਫਲ ਹੋ ਜਾਏਗੀ। ਸੀਸ ਸਪਰਸੈ ਰਾਵਰ ਪਾਇਨ, ਤੇ ਸਭ ਤੋਂ ਵੱਡੇ ਭਾਗ ਉਸ ਪੁਰਖ ਦੇ ਇਹ ਹੋਣਗੇ ਕਿ ਮਹਾਰਾਜ ਆਪ ਜੀ ਕੇ ਚਰਨਾਂ ਦੇ ਨਾਲ ਕਿਸੇ ਦਾ ਸੀਸ ਸਪਰਸ਼ ਹੋ ਜਾਏਗਾ, ਭਾਵ ਜਿਹੜਾ ਮੱਥਾ ਟੇਕੇਗਾ, ਚਰਨੀ ਮੱਥਾ ਲਾਏਗਾ, ਉਹ ਮਨੁੱਖ ਜਿਹੜਾ ਹੈ ਅੰਤਰਾਤਮੇ ਤੋਂ ਪਾਵਨ ਹੋ ਜਾਏਗਾ। ਸਤਿਗੁਰਾਂ ਦੇ ਚਰਨਾਂ ਵਿੱਚ ਇਹ ਬਖਸ਼ਿਸ਼ ਮਿਲਦੀ ਹੈ ਜੀ। ਬਿਸ਼ਨ ਸਿੰਘ ਕੋ ਲੈ ਕਰ ਸਾਥ, ਹਾਂ, ਜਦੋਂ ਵੀ ਆਪ ਇੱਧਰ ਸਾਡੇ ਦੇਸ਼ ਵਿੱਚ ਆਵੋ, ਕਾਮਰੂ ਦੇਸ਼ ਅੰਦਰ ਆਵੋ, ਰਾਜਾ ਬਿਸ਼ਨ ਸਿੰਘ ਨੂੰ ਤੁਸੀਂ ਨਾਲ ਲਈ ਆਉਣਾ ਹੈ ਜੀ। ਆਵੋ ਦੇਸ ਤਿਸੀ ਗੁਰਨਾਥ, ਹੁਣ ਉਹ ਵੀ ਦੇਸ਼ ਤੁਹਾਡਾ ਹੀ ਹੈ, ਇਹ ਵੀ ਦੇਸ਼ ਤੁਹਾਡਾ ਹੀ ਹੈ, ਕਿਉਂਕਿ ਪਤਾ ਲੱਗ ਚੁੱਕਾ ਹੈ ਕਿ ਹੁਣ ਸਾਡੀ ਤਾਕਤ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ, ਇਹ ਵੱਡੀ ਤਾਕਤ ਦੇ ਮਾਲਕ ਹਨ। ਇਸ ਲਈ ਹੁਣ ਉਹ ਵੀ ਦੇਸ਼ ਆਪ ਜੀ ਕਾ ਹੈ, ਤੇ ਆਪ ਸਾਡੇ ਦੇਸ਼ ਅੰਦਰ ਵੀ, ਉਸ ਦੇਸ਼ ਅੰਦਰ ਵੀ ਚਰਨ ਪਾਓ। ਤਹ ਦੋਨੋਂ ਕੋ ਕਰੋ ਮਿਲਾਪ, ਤੇ ਫਿਰ ਜਿਸ ਵਕਤ ਆਪ ਸਾਡੇ ਦੇਸ਼ ਅੰਦਰ ਆਓਗੇ, ਦੋਵਾਂ ਦੇਸ਼ਾਂ ਦਾ ਮਿਲਾਪ ਹੋ ਜਾਏਗਾ, ਭਾਵ ਜਿਹੜਾ ਝਗੜਾ, ਲੜਾਈ, ਜੰਗ ਚੱਲ ਰਹੀ ਹੈ, ਇਹ ਜੰਗ ਖਤਮ ਹੋ ਜਾਏਗੀ। ਦੋਹ ਦਿਸ ਮਾਨੈ ਕਹੋ ਜੋ ਆਪ, ਫਿਰ ਦੋਵੇਂ ਦਿਸ਼ਾਂ ਦੇ ਰਾਜੇ, ਭਾਵੇਂ ਇੱਧਰ ਬੰਗਾਲ ਦੇਸ਼ ਦਾ ਰਾਜਾ, ਕਾਮਰੂ ਦੇਸ਼ ਦਾ ਜਿਹੜਾ ਮੁਖੀ ਮਹਿਪਾਲ ਹੈ, ਤੇ ਦੂਸਰੇ ਪਾਸੇ ਜਿਹੜਾ ਮੁਹਿੰਮ ਫਤਿਹ ਕਰਨ ਦੇ ਲਈ ਰਾਜਾ ਬਿਸ਼ਨ ਸਿੰਘ ਗਿਆ ਹੋਇਆ ਹੈ, ਦੋਵਾਂ ਦਿਸ਼ਾਂ ਦੇ ਰਾਜੇ ਆਪਸ ਵਿੱਚ ਬਹਿ ਕਰਕੇ ਵਾਰਤਾਲਾਪ ਕਰਕੇ ਇਹ ਜੰਗ ਖਤਮ ਕਰ ਲੈਣਗੇ। ਸਤਿਗੁਰ ਕਹਿਓ ਇਸੀ ਵਿਦ ਹੋਏ, ਤੇ ਮਹਾਰਾਜ ਨੇ ਫਿਰ ਇਸ ਰਾਜੇ ਨੂੰ ਕਿਹਾ, ਰਾਜਨ ਇਸੇ ਤਰ੍ਹਾਂ ਹੀ ਹੋਵੇਗਾ, ਕਿਉਂਕਿ ਜੋ ਤੁਸੀਂ ਕਹਿ ਰਹੇ ਹੋ ਅਸੀਂ ਤੇ ਬਹੁਤ ਦਿਨਾਂ ਤੋਂ ਇਹੀ ਸੋਚ ਰਹੇ ਹਾਂ, ਇਹੀ ਸਾਡੀ ਚਾਹਨਾ ਹੈ ਕਿ ਇਹ ਲੜਾਈ ਜੰਗੀ ਪੱਧਰ ਤੇ ਨਾ ਹੋਵੇ, ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਬਸ ਇਦਾਂ ਹੀ ਇਸ ਨੂੰ ਖਤਮ ਕਰ ਦਿੱਤਾ ਜਾਏ। ਤੇਰੇ ਬਿਰਪੈ ਕਰੈ ਨਾ ਕੋਏ, ਭਾਵ ਇਦਾਂ ਜੋ ਤੁਸੀਂ ਕਹਿ ਰਹੇ ਹੋ ਰਾਜਨ, ਇਹਦੇ ਤੋਂ ਉਲਟਾ ਅਸੀਂ ਕੁਝ ਨਹੀਂ ਕਰਾਂਗੇ। ਜੋ ਵੀ ਤੁਸੀਂ ਕਹਿ ਰਹੇ ਹੋ, ਤੇਰੇ ਵਿਪਰ ਕਰੈ ਨਾ ਕੋਈ, ਤੁਹਾਡੀ ਕਹਿਣ ਤੋਂ ਭਾਵ ਅਲੱਗ, ਜਾਂ ਇਉਂ ਕਹਿ ਲਈਏ ਵੀ ਇਹਦੇ ਵਿਰੋਧ ਵਿੱਚ ਅਸੀਂ ਕੁਝ ਨਹੀਂ ਕਰਾਂਗੇ ਜੀ। ਜਬ ਕੋ ਆਨ ਸਰਣ ਤੈ ਪਰਿਓ, ਜਦੋਂ ਤੋਂ ਤੁਸੀਂ ਆ ਕਰਕੇ ਸਾਡੀ ਸ਼ਰਨ ਵਿੱਚ ਹਾਜ਼ਰ ਹੋਏ ਹੋ, ਕਿਉਂਕਿ ਉਹ ਆਪਣਾ ਸਾਰਾ ਮਾਨ, ਰਾਜ ਭਾਗ, ਉਹਦਾ ਜੋ ਵੀ ਉਹਨੂੰ ਹੰਕਾਰ ਸੀ, ਉਹ ਸਭ ਛੱਡ ਕੇ, ਮੰਤਰਾਂ ਆਦਿਕ ਦਾ ਸਭ ਆਸਰਾ ਛੱਡ ਕੇ ਆ ਕੇ ਸ਼ਰਨ ਵਿੱਚ ਬਹਿ ਗਿਆ। ਸੋ ਜਦੋਂ ਤੋਂ ਤੁਸੀਂ ਆ ਕਰਕੇ ਸਾਡੀ ਸ਼ਰਨ ਵਿੱਚ ਹਾਜ਼ਰ ਹੋਏ ਹੋ, ਹਮ ਚੈ ਦੋਨੋਂ ਕੋ ਪਲ ਕਰਿਓ, ਤੇ ਅਸੀਂ ਤੇ ਚਾਹੁੰਦੇ ਹਾਂ ਕਿ ਭਾਈ ਦੋਵਾਂ ਦੀ ਆਪਸ ਵਿੱਚ ਸੰਧੀ ਹੋ ਜਾਏ, ਮਿਲਾਪ ਹੋ ਜਾਏ, ਮਿਲ ਜਾਓ, ਤਾਂ ਜੋ ਇਹ
ਜੰਗ ਖਤਮ ਹੋਵੇ ਜੀ। ਸਾਦਰ ਗੁਰੂ ਦਇਓ ਸਿਰ ਪਾਏ। ਫਿਰ ਮਹਾਰਾਜ ਜੀਆਂ ਨੇ ਨਾ ਕਾਮਰੂ ਦੇਸ਼ ਦਾ ਜਿਹੜਾ ਰਾਜਾ ਆਇਆ ਸੀ ਉਸ ਦਾ ਬੜਾ ਸਨਮਾਨ ਕੀਤਾ, ਬੜੇ ਆਦਰ ਸਹਿਤ ਆਪਣੇ ਪਾਸ ਤੋਂ ਉਸ ਨੂੰ ਇੱਕ ਸਿਰੋਂ ਪਾਉ ਦੀ ਭੇਟ ਜਿਹੜੀ ਹੈ ਕੀਤੀ ਹੈ। ਬੰਧਨ ਕਰ ਗਮਣਿਓ ਤਬ ਰਾਏ। ਫਿਰ ਮਹਾਰਾਜ ਜੀ ਤੋਂ ਆਗਿਆ ਲਈ, ਵਿਦਿਆ ਲਈ, ਫਿਰ ਨਮਸਕਾਰ ਕੀਤੀ, ਬੰਦਨ ਕੀਤਾ, ਫਿਰ ਵਾਪਸ ਆਪਣੇ ਦੇਸ਼ ਨੂੰ ਮੁੜ ਚੱਲਿਆ ਹੈ। ਨਿਸਮੈ ਨੌਕਾ ਪਰ ਚੜ ਗਇਓ। ਫਿਰ ਜਿਵੇਂ ਚੱਲਿਆ ਸੀ ਇਧਰੋਂ ਸਮਾਂ ਜਿਹੜਾ ਸੀ ਉਹ ਰਾਤਰੀ ਦਾ ਹੋ ਚੁੱਕਾ ਹੈ। ਸ਼ਾਮ ਤੋਂ ਬਾਅਦ ਜਿਵੇਂ ਰਾਤ ਹੋਣੀ ਸ਼ੁਰੂ ਹੁੰਦੀ ਹੈ, ਸੋ ਰਾਤ ਹੋਣ ਤੋਂ ਕੁਝ ਸਮਾਂ ਪਹਿਲਾਂ ਕਾਮਰੂ ਦੇਸ਼ ਦਾ ਜਿਹੜਾ ਮੁਖੀ ਰਾਜਾ ਹੈ ਉਹ ਇੱਕ ਨੌਕਾ ਤੇ ਇੱਕ ਕਿਸ਼ਤੀ ਤੇ ਚੜ ਗਿਆ ਤਾਂ ਜੋ ਵਾਪਸ ਦਰਿਆ ਪਾਰ ਕਰਕੇ ਆਪਣੇ ਦੇਸ਼ ਪਹੁੰਚ ਜਾਏ। ਪ੍ਰਾਪਤ ਪਵਨ ਆਪਣੇ ਪਇਓ। ਫਿਰ ਉਹ ਬ੍ਰਹਮਪੁੱਤਰ ਨਦੀ ਪਾਰ ਕਰਕੇ, ਦਰਿਆ ਪਾਰ ਕਰਕੇ ਵਾਪਸ ਆਪਣੇ ਰਾਜ ਮਹਿਲ, ਆਪਣੇ ਘਰ ਅੰਦਰ ਪਹੁੰਚ ਗਿਆ ਹੈ। ਭਈ ਪ੍ਰਭਾਤ ਨੇ ਦਾਸ ਪਠਾਇਓ। ਇਧਰ ਫਿਰ ਜਿਵੇਂ ਹੀ ਦਿਨ ਚੜਿਆ, ਅਗਲਾ ਦਿਨ ਪ੍ਰਭਾਤ ਹੋਈ ਹੈ, ਸਤਿਗੁਰਾਂ ਨੇ ਆਪਣੇ ਪਾਸ ਇੱਕ ਸੇਵਕ ਨੂੰ ਬੁਲਾਇਆ ਤੇ ਉਸ ਨੂੰ ਇਹ ਸੁਨੇਹਾ ਦਿੱਤਾ ਹੈ। ਬਿਸ਼ਨ ਸਿੰਘ ਕੋ ਨਿਕਟ ਬੁਲਾਇਓ। ਸੇਵਕ ਨੂੰ ਇਹ ਕਿਹਾ ਕਿ ਜਾਓ ਭਾਈ, ਸਾਡੇ ਹੁਕਮ ਸਹਿਤ ਰਾਜਾ ਬਿਸ਼ਨ ਸਿੰਘ ਨੂੰ ਇੱਥੇ ਸਾਡੇ ਪਾਸ ਆਉਣ ਲਈ ਬੇਨਤੀ ਕਰੋ। ਉਹਨਾਂ ਨੂੰ ਕਹੋ ਵੀ ਸਤਿਗੁਰਾਂ ਨੇ ਯਾਦ ਕੀਤਾ ਹੈ ਤੇ ਤੁਰਤ ਮਹਾਰਾਜ ਜੀ ਕੇ ਪਾਸ ਪਹੁੰਚ ਜਾਣਾ। ਕੀਨ ਬੰਦਨਾ ਬੈਠਿਓ ਪਾਸ। ਰਾਜਾ ਬਿਸ਼ਨ ਸਿੰਘ ਜਿਸ ਵਕਤ ਉਸਨੇ ਇਹ ਸੁਨੇਹਾ ਸੁਣਿਆ, ਉਹਨੂੰ ਤੇ ਪਹਿਲੇ ਹੀ ਮਹਾਰਾਜ ਜੀ ਕੇ ਚਰਨਾਂ ਦਾ ਭੌਰਾ ਹੋ ਚੁੱਕਾ ਹੈ। ਫਿਰ ਦੌੜ ਕੇ ਮਹਾਰਾਜ ਜੀ ਕੇ ਪਾਸ ਅਗਲੀ ਸਵੇਰ ਆਇਆ। ਪ੍ਰਥਮ ਆਕਰ ਕੇ ਨਮਸਕਾਰ ਕੀਤੀ, ਬੰਦਨ ਕੀਤਾ, ਮਹਾਰਾਜ ਜੀ ਕੀ ਹਜ਼ੂਰੀ ਵਿੱਚ ਪਾਸ ਬੈਠ ਗਿਆ ਸੀ। ਪਨਤ ਬਿਨੈ ਮੈਂ ਹੋ ਤੁਮ ਦਾਸ। ਆਪਣੇ ਮੁਖ ਤੋਂ ਬੇਨਤੀ ਕਰਦਾ ਹੈ, ਪਨਤ ਬਿਨੈ ਬੇਨਤੀ ਕਰਦਾ, ਸੇਵਕ ਬਣ ਗਿਆ ਨਾ। ਕਹਿ ਰਿਹਾ ਮੈਂ ਹਉ ਤੁਮ ਦਾਸ ਗਰੀਬ ਨਿਵਾਜ ਸਤਿਗੁਰੂ ਮਹਾਰਾਜ, ਮੈਂ ਤੇ ਆਪ ਜੀ ਕਾ ਦਾਸ ਸੇਵਕ ਹਾਂ। ਆਪ ਜੀ ਨੇ ਸੇਵਕ ਨੂੰ ਯਾਦ ਕੀਤਾ, ਸੇਵਕ ਹਾਜ਼ਰ ਹੈ ਜੀ। ਸ੍ਰੀ ਗੁਰੂ ਤੇਗ ਬਹਾਦਰ ਸਾਰੋ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਨਾ ਫਿਰ ਵਾਰਤਾਲਾਪ ਗੱਲਬਾਤ ਜਿਹੜੀ ਹੈ ਰਾਜਾ ਬਿਸ਼ਨ ਸਿੰਘ ਜੀ ਦੇ ਨਾਲ ਪ੍ਰਾਰੰਭ ਕੀਤੀ। ਫਿਰ ਉਹ ਸਾਰੀ ਵਿਥਿਆ ਜੋ ਪਿੱਛੇ ਬੰਗਾਲ ਦੇ ਰਾਜੇ ਦੇ ਨਾਲ ਵਾਰਤਾਲਾਪ ਹੋਈ ਹੈ, ਗੱਲਬਾਤ ਹੋਈ ਹੈ, ਹੁਣ ਦੱਸਣਗੇ ਜੀ। ਬਿਤਿਓ ਬਿਰਤਾਂਤ ਬਤਾਏ ਉਧਾਰੋ। ਜੋ ਕੁਝ ਵੀ ਜਿਵੇਂ ਵਾਰਤਾਲਾਪ ਹੋਈ, ਜੋ ਬਿਰਤਾਂਤ ਸੀ ਉਹ ਸਾਰਾ ਰਾਜਾ ਬਿਸ਼ਨ ਸਿੰਘ ਜੀ ਦੇ ਨਾਲ ਸਾਂਝਾ ਕੀਤਾ ਹੈ। ਵਿਜੈ ਭਈ ਤੇਰੀ ਸਭ ਰੀਤ। ਤੇ ਨਾਲ ਹੀ ਗੁਰਦੇਵ ਜੀ ਨੇ ਮੁਸਕਰਾ ਕੇ ਨਾ ਰਾਜਾ ਬਿਸ਼ਨ ਸਿੰਘ ਨੂੰ ਕਿਹਾ ਵੀ ਲੈ ਰਾਜਾ ਬਿਸ਼ਨ ਸਿਆ, ਤੇਰੀ ਵਿਜੇ ਹੋ ਗਈ ਹੈ, ਭਾਵ ਤੂੰ ਇਹ ਜੰਗ ਜਿੱਤ ਗਿਆ ਹੈ। ਤੈਨੂੰ ਪੈ ਸੀ ਨਾ ਵੀ ਇਹ ਬੰਗਾਲੀ ਮੰਤਰ ਪੜ੍ਹ ਕੇ ਤੇ ਨਾਸ਼ ਕਰ ਦੇਣਗੇ, ਫੌਜਾਂ ਮਾਰ ਦੇਣਗੇ, ਦਾਦੇ ਮਾਨ ਸਿੰਘ ਵਾਂਗ ਤੇਰਾ ਵੀ ਇੱਥੇ ਵੱਧ ਹੋ ਜਾਏਗਾ, ਮਾਰਿਆ ਜਾਏਗਾ। ਅੱਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਤੇਰੀ ਵਿਜੇ ਹੋ ਗਈ ਹੈ, ਭਾਵ ਉੱਥੋਂ ਦਾ ਉਸ ਦੇਸ਼ ਦਾ ਰਾਜਾ ਸਾਨੂੰ ਸੱਦਾ ਦੇ ਕੇ ਗਿਆ ਕਿ ਸਾਡੇ ਦੇਸ਼ ਆਓ, ਸਾਡੇ ਨਗਰ ਆਓ, ਉੱਥੇ ਆਪਾਂ ਬੈਠਦੇ ਹਾਂ ਤੇ ਜੋ ਵੀ ਸ਼ੰਕਾ ਹੈ ਬੈਠ ਕੇ ਆਪਾਂ ਨਿਵਾਰਨ ਕਰ ਲਵਾਂਗੇ। ਮਹਾਰਾਜ ਨੇ ਇਹ ਸਾਰੀ ਗੱਲਬਾਤ ਹੁਣ ਇੱਧਰ ਦੇ ਰਾਜੇ ਬਿਸ਼ਨ ਸਿੰਘ ਦੇ ਨਾਲ ਸਾਂਝੀ ਕੀਤੀ ਹੈ। ਜਿਨ ਕੋ ਸਕਿਓ ਨ ਕੋਊ ਜੀਤ। ਤੇ ਨਾਲ ਇਹ ਵੀ ਕਿਹਾ ਹੈ ਕਿ ਰਾਜਾ ਮਾਨ ਸਿੰਘ ਇਹ ਉਹੀ ਮਨੁੱਖ ਨੇ ਨਾ, ਇਹ ਉਹੀ ਲੋਕ ਨੇ ਨਾ ਕਾਮਰੂ ਵਾਸੀ ਜਿਨ੍ਹਾਂ ਨੂੰ ਹੁਣ ਤੱਕ ਕੋਈ ਨਹੀਂ ਜਿੱਤ ਸਕਿਆ ਸੀ। ਵੱਡੇ ਵੱਡੇ ਰਾਜੇ ਆਏ ਜਿੱਤਣ ਦੇ ਲਈ, ਯੋਧੇ ਆਏ ਪਰੰਤੂ ਨਹੀਂ ਜਿੱਤ ਸਕਿਆ ਸੀ। ਅੱਜ ਉਹ ਆਪ ਹਾਰ ਗਏ ਹਨ। ਸੋ ਤੁਝ ਮਿਲੈ ਉਪਾਇਣ ਦੇ ਹੈ। ਤੇ ਹੁਣ ਅਸੀਂ ਤੁਹਾਡੀ ਉਹਦੇ ਨਾਲ ਭੇਟ ਕਰਾਉਣੀ ਹੈ, ਭਾਵ ਦੋਵਾਂ ਰਾਜਿਆਂ ਨੂੰ ਬਰਾਬਰ ਬਿਠਾ ਦੇਣਾ। ਇੱਕ ਪਾਸੇ ਰਾਜਾ ਬਿਸ਼ਨ ਸਿੰਘ ਤੇ ਦੂਜੇ ਪਾਸੇ ਉਸ ਦੇਸ਼ ਦਾ ਰਾਜਾ। ਤੇ ਸਭ ਤੋਂ ਵੱਡੀ ਸੁਭਾਗ ਵਾਲੀ ਗੱਲ ਇਹ ਹੈ ਕਿ ਜਿੱਥੇ ਜੰਗੀ ਪੱਧਰ ਤੇ ਆਪਸੀ ਵਿਰੋਧੀ ਸੀਗੇ, ਲੜ ਰਹੇ ਸੀਗੇ, ਹੁਣ ਜਦੋਂ ਤੁਸੀਂ ਜਾ ਕੇ ਉਹਨਾਂ ਨੂੰ ਮਿਲੋਗੇ ਨਾ ਉਹ ਤੁਹਾਨੂੰ ਭੇਟਾ ਦੇਣਗੇ। ਇਹ ਵੈਸੇ ਬੜੀ ਸਾਡੇ ਲਈ ਵਿਚਾਰਨ ਵਾਲੀ ਗੱਲ ਹੈ। ਸਤਿਗੁਰਾਂ ਦੀ ਬੜੀ ਅਥਾਹ ਕਿਰਪਾ ਹੈ, ਕਿਉਂਕਿ ਜੇ ਕਿਤੇ ਇਹ ਹੀ ਦੋਵੇਂ ਰਾਜੇ ਜੰਗੇ ਮੈਦਾਨ ਵਿੱਚ ਮਿਲਦੇ ਤੇ ਇੱਕ ਦੂਜੇ ਦੇ ਸਿਰ ਵੱਢਣੇ ਸਨ। ਫੌਜੀ ਟਾਕਰੇ ਨਾਲ ਮਿਲਦੇ ਤੇ ਇੱਕ ਦੂਜੇ ਦੇ ਸਿਰ ਵੱਢਣੇ ਸਨ, ਮਾਰਨਾ ਸੀ, ਰਾਜ ਲੈਣਾ ਸੀ। ਪਰੰਤੂ ਅੱਜ ਸਤਿਗੁਰਾਂ ਦੀ ਕਿਰਪਾ ਹੋਈ ਹੈ, ਦੋਵੇਂ ਸਲਾਮਤ ਨੇ, ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ, ਕੋਈ ਫੌਜ ਦਾ ਨੁਕਸਾਨ ਨਹੀਂ, ਕੋਈ ਹੋਰ ਕਿਸੇ ਗੱਲ ਦਾ ਕੋਈ ਭੈ ਨਹੀਂ।
ਤੇ ਨਾਲ ਇਹ ਹੈ ਵੀ ਉਸ ਰਾਜੇ ਨੇ ਕਿਹਾ ਵੀ ਸਾਡੇ ਰਾਜ ਵਿੱਚ ਆਓ, ਬੈਠੋ, ਸਾਡੇ ਘਰ ਆਓ, ਅਸੀਂ ਨਾਲੇ ਤੁਹਾਡਾ ਸਵਾਗਤ ਕਰਦੇ ਹਾਂ ਤੇ ਨਾਲੇ ਬਹਿ ਕੇ ਸਾਰੀ ਗੱਲਬਾਤ ਕਰ ਲੈਂਦੇ ਹਾਂ। ਸੋ ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਰਾਜਾ ਬਿਸ਼ਨ ਸਿਆਂ, ਹੁਣ ਤੇ ਉਸ ਦੇਸ਼ ਦਾ ਜਿਹੜਾ ਮੁਖੀ ਰਾਜਾ ਹੈ ਉਹ ਸਾਨੂੰ ਭੇਟਾ ਦੇਵੇਗਾ, ਉਹ ਸਾਡਾ ਸਨਮਾਨ ਕਰੇਗਾ, ਉਹ ਸਾਡੀ ਇੱਜ਼ਤ ਕਰੇਗਾ ਜੀ। ਮੰਤਰਣ ਬਲ ਜੋ ਬਸਨੈ ਹੈ ਵਹਿ। ਜਿਹੜਾ ਰਾਜਾ ਜਾਂ ਜਿਹੜੇ ਰਾਜੇ ਦੀ ਪ੍ਰਜਾ ਮੰਤਰਾਂ ਵਿੱਚ ਮੰਨੀ ਪਰਮੰਨੀ ਹੋਈ ਸੀ, ਜਿਨ੍ਹਾਂ ਦੇ ਉੱਪਰ ਕਿਸੇ ਨੇ ਅੱਜ ਤੱਕ ਕੋਈ ਰਾਜ ਨਹੀਂ ਕੀਤਾ ਜਾਂ ਕੋਈ ਵਸ ਨਹੀਂ ਕਰ ਸਕਿਆ, ਭਾਵ ਆਪਾਂ ਉਹਨਾਂ ਦੇ ਮੰਤਰਾਂ ਦੇ ਬਲ ਨੂੰ ਵੀ ਵਸ ਕਰ ਲਿਆ ਹੈ। ਰਾਜਪੂਤ ਲਿਓ ਸੰਗ ਹਜ਼ਾਰ। ਤੁਸੀਂ ਇਉਂ ਕਰੋ ਰਾਜਨ, ਆਪਣੇ ਨਾਲ ਰਾਜਪੂਤ ਸਿਪਾਹੀ, ਕਿਉਂਕਿ ਰਾਜਪੂਤ ਸਿਪਾਹੀ ਰਾਜਾ ਬਿਸ਼ਨ ਸਿੰਘ ਜੀ ਜੋਧਪੁਰ ਵਾਸੀ ਹੈ ਨਾ, ਉੱਥੋਂ ਦੀ ਫੌਜ ਵਿੱਚ ਭਰਤੀ ਸਨ। ਤੁਸੀਂ ਜਿਹੜੇ ਤੁਰਕ ਸਿਪਾਹੀ, ਭਾਵ ਜਿਹੜੇ ਔਰੰਗਜ਼ੇਬ ਨੇ ਤੁਹਾਡੇ ਨਾਲ ਤੁਰਕ ਸਿਪਾਹੀ ਭੇਜੇ ਨੇ, ਉਹਨਾਂ ਨੂੰ ਇੱਥੇ ਰਹਿਣ ਦਿਓ ਤੇ ਆਪਣੇ ਜਿਹੜੇ ਤੁਹਾਡੇ ਰਾਜਪੂਤ ਸਿਪਾਹੀ ਨੇ 1000 ਸਿਪਾਹੀ ਨਾਲ ਲੈ ਲਓ ਤੇ ਆਪਾਂ ਬ੍ਰਹਮਪੁੱਤਰ ਦਰਿਆ ਲੰਘ ਕੇ ਉਧਰ ਰਾਜੇ ਦੇ ਪਾਸ ਜਾਣਾ ਹੈ। ਬਲੀ ਤੁਰੰਗਨ ਕੇ ਅਸਵਾਰ। ਐਸੇ ਸਿਪਾਹੀ ਲਓ ਜਿਹੜੇ ਘੋੜਿਆਂ ਤੇ ਸਵਾਰੀ ਕਰਦੇ ਨੇ, ਘੋੜਸਵਾਰ ਨੇ ਜਿਹੜੇ, ਤੇ ਉਹਨਾਂ ਨੂੰ ਨਾਲ ਲੈ ਕਰਕੇ ਆਪਾਂ ਨੇ ਜਾਣਾ ਹੈ ਜੀ। ਅੱਜ ਕਰੋ ਤਿਆਰੀ ਸਭ ਭਾਂਤ। ਅੱਜ ਹੀ ਇਹ ਸਾਰੀ ਤਿਆਰੀ ਤੁਸੀਂ ਕਰ ਲਓ, ਕਿਉਂਕਿ ਅਜੇ ਪ੍ਰਭਾਤ ਹੋਈ ਹੈ, ਦਿਨ ਚੜਿਆ, ਸਾਰਾ ਦਿਨ 4 ਪਹਿਰ ਸਮਾਂ ਸ਼ੇਸ਼ ਹੈ। ਸੋ ਅੱਜ ਹੀ ਇਹ ਸਾਰੀ ਤਿਆਰੀ ਮੁਕੰਮਲ ਕਰ ਲਓ ਜੀ। ਤਰੀਨ ਚੜੋ ਹੋਤ ਇਸ ਪ੍ਰਾਂਤ। ਬਸ ਜੇ ਅੱਜ ਤਿਆਰੀ ਹੋ ਗਈ ਤੇ ਕੱਲ ਨੂੰ ਇਸੇ ਤਰ੍ਹਾਂ ਦਿਨ ਚੜ੍ਹਦਿਆਂ ਹੀ ਆਪਾਂ ਇੱਥੋਂ ਰਵਾਨਾ ਹੋ ਜਾਵਾਂਗੇ, ਭਾਵ ਉਹ ਬ੍ਰਹਮਪੁੱਤਰ ਦਰਿਆ ਪਾਰ ਕਰਕੇ ਪਾਰਲੇ ਬੰਨੇ ਜਾਣਾ ਹੈ। ਸਫ਼ਰ ਤੇ ਬਹੁਤਾ ਨਹੀਂ ਹੈ, ਪਰੰਤੂ ਅਟਕਣਾ ਬਹੁਤ ਨੇ। ਦਰਿਆ ਲੰਘਣਾ, ਵੱਡੀ ਭਾਰੀ ਫੌਜ ਲੈ ਕੇ ਸਮਾਂ ਲੱਗੇਗਾ। ਸੋ ਇਸ ਵਿਧ ਕੱਲ ਨੂੰ ਫਿਰ ਪ੍ਰਭਾਤ ਹੁੰਦਿਆਂ ਇਸੇ ਵੇਲੇ ਹੀ ਆਪਾਂ ਚਾਲੇ ਮਾਰ ਦੇਵਾਂਗੇ ਜੀ। ਸੁਣ ਨਿਪ ਕੇ ਆਨੰਦ ਬੜ ਪਇਓ। ਤੇ ਜਿਸ ਵਕਤ ਸਤਿਗੁਰਾਂ ਦੇ ਮੁਖ ਤੋਂ ਰਾਜਾ ਬਿਸ਼ਨ ਸਿੰਘ ਨੇ ਇਹ ਬਾਤ ਸੁਣੀ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ, ਬਹੁਤ ਪ੍ਰਸੰਨ ਹੋ ਗਿਆ, ਆਨੰਦ ਵੱਢ ਗਏ। ਕਿਉਂਕਿ ਇੱਥੋਂ ਤੱਕ ਜੇ ਆਪਾਂ ਵਿਚਾਰ ਕਰਾਂਗੇ ਤੇ ਰਾਜਾ ਕੋਈ ਵੀ ਹੈ ਜਿਹੜਾ ਮੁਹਿੰਮ ਲੈ ਕੇ ਫਤਿਹ ਕਰਨ ਲਈ ਤੁਰਿਆ, ਫੌਜ ਲੈ ਕੇ ਚੜਿਆ, ਉਹਦੇ ਅੰਦਰ ਭੈ ਜ਼ਰੂਰ ਹੁੰਦਾ ਹੈ, ਡਰ ਸੁਭਾਵਿਕ ਹੈ। ਕੋਈ ਵੀ ਕੰਮ ਨੂੰ ਲੈ ਕੇ ਤੁਰੀਏ, ਜਦੋਂ ਤੱਕ ਫਤਿਹ ਹਾਸਲ ਨਾ ਹੋਵੇ, ਸਾਡਾ ਮਨੁੱਖਾਂ ਦਾ ਵੀ ਉਸ ਕੰਮ ਦੇ ਪ੍ਰਥਾਏ ਸਾਡਾ ਹਿਰਦਾ ਡਰਦਾ ਹੁੰਦਾ, ਭੈ ਵਸ ਹੁੰਦਾ। ਲੇਕਿਨ ਜਦੋਂ ਫਤਿਹਯਾਬੀ ਮਿਲ ਜਾਏ, ਜਦੋਂ ਫਤਿਹ ਦਾ ਝੰਡਾ ਝੂਲ ਜਾਏ, ਫਿਰ ਮਨੁੱਖ ਦੀ ਮਨੋਦਸ਼ਾ ਕੁਝ ਬਦਲ ਜਾਂਦੀ ਹੈ, ਉਹ ਹੁਲਾਸ ਵਿੱਚ ਆ ਜਾਂਦਾ ਹੈ, ਹਰਖ ਅੰਦਰ ਆ ਜਾਂਦਾ ਹੈ। ਸੋ ਇਸ ਵਿਧ ਰਾਜਾ ਬਿਸ਼ਨ ਸਿੰਘ ਜਿਸ ਵਕਤ ਮਹਾਰਾਜ ਜੀ ਕੇ ਮੁਖ ਤੋਂ ਸੁਣਦਾ ਹੈ ਵੀ ਅਸੀਂ ਹੁਣ ਜਿੱਤ ਚੁੱਕੇ ਹਾਂ, ਭਾਵ ਉਹ ਰਾਜਾ ਸਾਨੂੰ ਆਪਣੇ ਦੇਸ਼ ਦੇ ਲਈ ਬੁਲਾਵਾ ਦੇ ਕੇ ਗਿਆ, ਇੱਕਦਮ ਪ੍ਰਸੰਨ ਹੋ ਗਿਆ, ਆਨੰਦ ਚਿਤ ਹੋ ਗਿਆ, ਬਹੁਤ ਖੁਸ਼ ਹੋਇਆ ਹੈ। ਜਨ ਨਉ ਨਿਦਨ ਕੋ ਹਰ ਲਿਓ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਇੱਥੇ ਕਿ ਜਿਵੇਂ ਕਿਸੇ ਗਰੀਬ ਨੂੰ 9 ਨਿਧੀ ਮਿਲ ਜਾਏ ਨਾ, ਕੋਈ ਖਜ਼ਾਨਾ ਹੱਥ ਲੱਗ ਜਾਏ, ਤੇ ਜਿੰਨੀ ਖੁਸ਼ੀ ਉਸ ਨੂੰ ਹੁੰਦੀ ਹੈ, ਓਨੀ ਹੀ ਖੁਸ਼ੀ ਇਸ ਵਕਤ ਰਾਜੇ ਬਿਸ਼ਨ ਸਿੰਘ ਨੂੰ ਹੋਈ ਹੈ। ਕਿਉਂਕਿ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਇਸ ਰਾਜੇ ਦੇ ਪ੍ਰਾਣ ਬਚ ਗਏ ਨੇ। ਇਕੱਲੇ ਪ੍ਰਾਣ ਨਹੀਂ ਬਚੇ, ਜਾਨੀ ਮਾਲੀ ਫੌਜੀ ਨੁਕਸਾਨ ਵੀ ਕੋਈ ਬਹੁਤਾ ਨਹੀਂ ਹੋਇਆ। ਸੋ ਇਸ ਵੇਲੇ ਜੰਗ ਫਤਿਹ ਹੋ ਰਿਹਾ ਹੈ। ਬਾਰੰਗਬਾਰ ਬੰਦਨਾ ਠਾਨਤ। ਫਿਰ ਪ੍ਰਸੰਨ ਹੋ ਕਰਕੇ, ਆਨੰਦ ਚਿੱਤ ਹੋ ਕਰਕੇ ਵਾਰ-ਵਾਰ ਸਤਿਗੁਰੂ ਜੀਆਂ ਨੂੰ ਨਮਸਕਾਰ ਕਰ ਰਿਹਾ ਸੀ, ਵਾਰ-ਵਾਰ ਮਹਾਰਾਜ ਜੀ ਕੇ ਚਰਨਾਂ ਵਿੱਚ ਸ਼ੁਕਰ ਅੰਦਰ ਸੀਸ ਝੁਕਾ ਰਿਹਾ ਹੈ ਜੀ। हे ਪ੍ਰਭੂ ਨਿਜ ਜੀਵਨ ਅਬ ਜਾਣਤ। हे ਪ੍ਰਭੂ ਮਹਾਰਾਜ, ਆਪ ਹੀ ਜਾਣਦੇ ਹੋ, ਆਪ ਜੀ ਨੂੰ ਪਤਾ ਹੈ ਵੀ ਤੁਸੀਂ ਸਾਡੇ ਜੀਵਨ ਦੀ ਰੱਖਿਆ ਕਿਵੇਂ ਕੀਤੀ ਹੈ, ਕਿਵੇਂ ਸਾਡੇ ਪ੍ਰਾਣ ਬਚਾਏ ਹਨ। ਪ੍ਰਾਨ ਦਾਨ ਮੋ ਕੋ ਤੁਮ ਦੀਨਸ। ਸੱਚਮੁੱਚ ਆਪ ਜੀ ਕੀ ਕਿਰਪਾ ਹੋਈ ਹੈ ਜੋ ਸਾਨੂੰ ਪ੍ਰਾਣ ਦਾਨ ਮਿਲ ਗਿਆ, ਭਾਵ ਜੀਵਨ ਦਾਨ ਮਿਲ ਗਿਆ। ਕਿਉਂਕਿ ਜੋ ਵਿਉਂਤਬੰਦੀ ਸਮੇਂ ਦੇ ਹਾਕਮ ਬਾਦਸ਼ਾਹ ਔਰੰਗਜ਼ੇਬ ਨੇ ਕੀਤੀ ਸੀ ਕਿ ਜੇਕਰ ਰਾਜਾ ਬਿਸ਼ਨ ਸਿੰਘ ਮੁਹਿੰਮ ਫਤਿਹ ਕਰੇਗਾ ਤੇ ਬੰਗਾਲ ਦੇਸ਼ ਮੇਰੇ ਕਬਜ਼ੇ ਆ ਜਾਏਗਾ, ਤੇ ਜੇ ਬੰਗਾਲੀਆਂ ਦੇ ਹੱਥੋਂ ਰਾਜਾ ਬਿਸ਼ਨ ਸਿੰਘ ਮਾਰਿਆ ਜਾਂਦਾ ਹੈ ਤੇ ਦੋਦਪੁਰ ਦਾ ਇਲਾਕਾ ਮੇਰਾ ਹੋ ਜਾਏਗਾ। ਸੋ ਦੋਹਾਂ ਪੱਖਾਂ ਤੇ ਰਾਜਾ ਬਿਸ਼ਨ ਸਿੰਘ ਦਾ ਨੁਕਸਾਨ ਹੀ ਨੁਕਸਾਨ ਹੈ, ਮੌਤ ਵੀ ਹੁੰਦੀ ਹੈ ਤੇ ਰਾਜ ਵੀ ਜਾਂਦਾ।
ਸੋ ਇਸ ਵਿਧ ਮਹਾਰਾਜ ਨੇ ਕਿਰਪਾ ਕੀਤੀ, ਪ੍ਰਾਣ ਵੀ ਬਚ ਗਏ, ਰਾਜ ਵੀ ਬਚ ਗਿਆ। ਸੋ ਇਹ ਇਸ ਗੱਲੋਂ ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਕੇ ਚਰਨਾਂ ਤੇ ਕੁਰਬਾਨ ਜਾ ਰਿਹਾ, ਸ਼ੁਕਰਗੁਜ਼ਾਰ ਹੈ, ਵਾਰ-ਵਾਰ ਬੰਦਨ ਕਰ ਰਿਹਾ ਹੈ ਜੀ। ਸਗਰੇ ਕਾਜ ਸੁਧਾਰਨ ਕੀਨਸ। ਹੱਥ ਜੋੜ ਕੇ ਬੇਨਤੀ ਕਰਦਾ ਹੈ ਗਰੀਬ ਨਿਵਾਸ ਸਤਿਗੁਰੂ, ਆਪ ਜੀ ਕੀ ਕਿਰਪਾ ਹੋਈ, ਦਾਸ ਦੇ ਸਾਰੇ ਕਾਜ ਹੀ ਸੌਰ ਗਏ ਨੇ, ਕੋਈ ਕਮੀ ਨਹੀਂ ਰਹੀ ਕਿਸੇ ਗੱਲ ਦੀ, ਸਾਰਾ ਕੁਝ ਹੀ ਬਿਲਕੁਲ ਐਨ ਸਾਰਾ ਕਾਰਜ ਨੇਤਰੇ ਚੜ ਗਿਆ ਹੈ। ਇਤਿਆਦਿਕ ਕੈ ਬਿਨੈ ਬਡਾਈ। ਇਤਿਆਦਿਕ ਇਸ ਵਿਦ ਰਾਜਾ ਬਿਸ਼ਨ ਸਿੰਘ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਅੰਦਰ ਬੇਨਤੀਆਂ ਕੀਤੀਆਂ ਹਨ। ਸਿਵ ਜਾਏ ਤਿਆਰੀ ਕਰਵਾਈ। ਫਿਰ ਆਗਿਆ ਲੈ ਕੇ ਮਹਾਰਾਜ ਜੀ ਤੋਂ ਵਾਪਸ ਮੁੜਿਆ, ਆਪਣੇ ਸ਼ਿਵਰ ਅੰਦਰ ਗਿਆ, ਜਾ ਕੇ ਹੁਕਮ ਦਿੱਤੇ ਕਿ ਅੱਜ ਸ਼ਾਮ ਤੱਕ 100 ਸਿਪਾਹੀ ਸਲਾਰ ਘੋੜਸਵਾਰ ਜਿਹੜਾ ਹੈ ਤਿਆਰ ਕਰੋ, ਸਾਰੀ ਤਿਆਰੀ ਅੱਜ ਹੀ ਮੁਕੰਮਲ ਹੋ ਜਾਏ। ਰਾਜਪੂਤ ਪਟ 1000 1000 ਕੇਵਲ ਰਾਜਪੂਤ ਘੋੜਸਵਾਰ ਸਿਪਾਹੀ ਜਿਹੜੇ ਹਨ ਉਹ ਮੈਨੂੰ ਚਾਹੀਦੇ ਹਨ। ਬੀਨ ਬੀਨ ਕੀ ਨਸਬ ਨਿਆਰੇ। ਤੇ ਜਿਹੜੇ ਫੌਜਦਾਰ ਸਨ ਉਹਨਾਂ ਨੇ ਫਿਰ ਉਹ ਜਿਤਨੀ ਵੀ ਫੌਜ ਸੀ ਉਹਨਾਂ ਸਾਰਿਆਂ ਚੋਂ ਉਹ ਰਾਜਪੂਤ ਸਿਪਾਹੀ ਵੱਖਰੇ ਕਰ ਲੈ ਘੋੜਸਵਾਰ, ਤੇ ਉਹਨਾਂ ਨੂੰ ਹੁਕਮ ਦੇ ਦਿੱਤਾ ਵੀ ਅੱਜ ਸ਼ਾਮ ਤੱਕ ਤੁਸੀਂ ਤਿਆਰੀ ਕਰ ਲਓ, ਸ਼ਸਤਰ ਵਸਤਰ ਸਜਾ ਲਓ, ਕਿਉਂਕਿ ਕੱਲ ਨੂੰ ਪ੍ਰਭਾਤ ਹੁੰਦਿਆਂ ਇੱਥੋਂ ਕੂਚ ਕਰਨਾ ਹੈ। ਸ਼ਸਤਰ ਬਸਤਰ ਸੁਭ ਧਾਰਨ ਹਾਰੇ। ਜਿਵੇਂ ਸਿਪਾਹੀ ਤਿਆਰ ਬਰ ਤਿਆਰ ਹੁੰਦੇ ਨੇ, ਵੱਖ-ਵੱਖ ਤਰ੍ਹਾਂ ਦੇ ਸ਼ਸਤਰਾਂ ਨਾਲ ਲੈਸ ਆਪਣੇ ਤਨ ਤੇ ਬੰਨ੍ਹ ਲੈਂਦੇ ਹਨ, ਖੜਗ, ਸਿਪਰ, ਧਨੁਖ ਆਦਿਕ, ਇਦਾਂ ਸਾਰੇ ਤਿਆਰ ਹੋ ਗਏ ਸਨ। ਕਹੋ ਅਰੂੜੋ ਹੋਤ ਸਕਾਰੇ। ਕਹੋ ਅਰੂੜੋ, ਫਿਰ ਹੁਕਮ ਜਦੋਂ ਮਿਲੇਗਾ ਉਸੇ ਵਕਤ ਇੱਥੋਂ ਚਾਲੇ ਮਾਰ ਦੇਣੇ ਹਨ। ਨਿਸਾ ਬਿਖੈ ਤਿਆਰੀ ਕਰ ਸੋਇਓ। ਰਾਜੇ ਬਿਸ਼ਨ ਸਿੰਘ ਜਿਹੜਾ ਸੀ ਮਹਾਰਾਜ ਜੀ ਕੇ ਹੁਕਮਾਂ ਸਹਿਤ ਰਾਤ ਹੁੰਦਿਆਂ ਤੱਕ ਸਾਰੀ ਤਿਆਰੀ ਕਰਕੇ ਫਿਰ ਆਪਣੇ ਆਸਣ ਤੇ ਜਾ ਕੇ ਸੁੱਤਾ, ਕਿਉਂਕਿ ਉਸ ਨੂੰ ਪਤਾ ਸੀ ਵੀ ਸਵੇਰੇ ਚੱਲਣਾ, ਤੇ ਖੁਸ਼ੀ ਉਸ ਨੂੰ ਇਸ ਗੱਲ ਦੀ ਵੀ ਚਲੋ ਇਸ ਮੁਹਿੰਮ ਤੋਂ ਜਾਨ ਛੁੱਟ ਰਹੀ ਹੈ। ਸੋ ਸਾਰੀ ਤਿਆਰੀ ਰਾਤ ਨੂੰ ਕਰਵਾਉਣ ਤੋਂ ਉਪਰੰਤ ਫਿਰ ਆਪਣੇ ਆਸਣ ਤੇ ਵਿਸ਼ਰਾਮ ਕਰਦੇ ਹਨ। ਬੜੀ ਪੋਰ ਉਠ ਕਾਰਜ ਜੋਇਓ। ਅੱਜ ਉੱਠ ਵੀ ਬਹੁਤ ਟਾਈਮ ਨਾਲ ਗਿਆ, ਬੜੇ ਵੇਲੇ ਨਾਲ ਉੱਠ ਕੇ ਫਿਰ ਜਿਹੜੇ ਕੋਈ ਰਹਿੰਦੇ ਕਾਰਜ ਹਨ ਉਹਨਾਂ ਨੂੰ ਸੰਪੂਰਨ ਕਰਨ ਦੇ ਲਈ ਉਧਰ ਖਿਆਲ ਕਰਦਾ ਹੈ। ਕਰ ਇਸ਼ਨਾਨ ਪਟਿਆਦ ਤਾਰੇ। ਇਧਰ ਜਿਨ੍ਹਾਂ ਸਿਪਾਹੀਆਂ ਨੂੰ ਕਿਹਾ ਸੀ ਵੀ 1000 ਸਿਪਾਹੀ ਨਾਲ ਜਾਏਗਾ ਫੌਜੀ, ਉਹਨਾਂ ਨੇ ਵੀ ਇਸ਼ਨਾਨ ਪਾਣ ਆਦਿ ਕਰਕੇ ਆਪਣੀ ਸਾਰੀ ਤਿਆਰੀ ਫਟਾਫਟ ਮੁਕੰਮਲ ਕੀਤੀ ਹੈ। ਮਿਲ ਸਤਿਗੁਰ ਕੋ ਕੀਨਸ ਤਿਆਰੇ। ਫਿਰ ਸਤਿਗੁਰੂ ਜੀ ਵੀ ਇੱਧਰ, ਕਿਉਂਕਿ ਸਤਿਗੁਰਾਂ ਦਾ ਜੋ ਨੇਮ ਹੈ ਉਸ ਤੋਂ ਉਪਰੰਤ ਮਹਾਰਾਜ ਜੀ ਨੇ ਚਾਲੇ ਮਾਰਨੇ ਹਨ। ਸੋ ਇਸ ਬਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਤਿਆਰ ਹੋਏ ਹਨ। ਸਿਵ ਕਾ ਪਰ ਨਿਪ ਕੇ ਸੰਗ ਚਾਲੇ। ਸਤਿਗੁਰੂ ਜੀ ਦੇ ਲਈ ਵਿਸ਼ੇਸ਼ ਪਾਲਕੀ ਤਿਆਰ ਕਰਵਾਈ ਗਈ, ਮਹਾਰਾਜ ਪਾਲਕੀ ਤੇ ਚੜੇ, ਨਾਲ ਰਾਜਾ ਬਿਸ਼ਨ ਸਿੰਘ। ਇਦਾਂ ਅੱਗੇ ਸਤਿਗੁਰੂ ਤੇ ਰਾਜਾ ਬਿਸ਼ਨ ਸਿੰਘ ਤੇ ਚੁਗਿਰਦੇ ਜਿਹੜੇ ਸਿਪਾਹੀ ਹਨ, 1000 ਸਿਪਾਹ ਸਲਾਰ ਸਿਪਾਹੀ ਜਿਹੜਾ ਹੈ ਉਹ ਚੱਲ ਰਿਹਾ ਹੈ। ਚਰ ਤਰੀਨ ਪਰ ਨੀਰ ਬਿਸਾਲੇ। ਫਿਰ ਦਰਿਆ ਦੇ ਕਿਨਾਰੇ ਤੱਕ ਤਾਂ ਪਾਲਕੀ ਤੇ ਚੜ ਕੇ ਗਏ, ਉਸ ਤੋਂ ਅੱਗੇ ਫਿਰ ਬੇੜੀਆਂ ਮੰਗਵਾਈਆਂ ਗਈਆਂ। ਬੇੜੀਆਂ ਤੇ ਚੜ ਕੇ ਤੇ ਬ੍ਰਹਮਪੁੱਤਰ ਦਰਿਆ ਜਿਹੜਾ ਹੈ ਉਸ ਨੂੰ ਪਾਰ ਕਰਦੇ ਹਨ। ਪਹੁੰਚੇ ਪਾਰ ਜਾਏ ਕਰ ਜਬੈ। ਫਿਰ ਬ੍ਰਹਮਪੁੱਤਰ ਦਰਿਆ ਪਾਰ ਕਰਨ ਤੋਂ ਬਾਅਦ ਪਾਰਲੇ ਬੰਨੇ, ਜਿੱਧਰ ਇਹ ਕਾਮਰੂ ਦੇਸ਼ ਹੈ, ਬੰਗਾਲ ਦੇਸ਼ ਦੀ ਹੱਦ ਹੈ, ਸੋ ਉਸ ਦੇਸ਼ ਵਿੱਚ ਜਾ ਵੜੇ ਹਨ। ਸੁਣਿਓ ਕਾਮਰੂ ਪਤਨੇ ਤਬੈ। ਉਧਰੋਂ ਜਿਸ ਵਕਤ ਮਹਾਰਾਜ ਤੇ ਰਾਜਾ ਬਿਸ਼ਨ ਸਿੰਘ ਤੇ ਸਿਪਾਹੀ ਪਹੁੰਚੇ, ਇਹਦਾ ਜਿਹੜਾ ਸੁਨੇਹਾ ਹੈ, ਇਹ ਜਿਹੜੀ ਖਬਰ ਹੈ, ਉਹ ਉਧਰ ਕਾਮਰੂਪਤ, ਕਾਮਰੂ ਦੇਸ਼ ਦਾ ਮੁਖੀ ਰਾਜਾ ਜਿਹੜਾ ਆਪ ਬੇਨਤੀ ਕਰਕੇ ਗਿਆ ਕਿ ਮੇਰੇ ਦੇਸ਼ ਆਓ, ਉੱਥੇ ਹੀ ਬੈਠ ਕੇ ਸਾਰੀ ਵਿਚਾਰ ਕਰਦੇ ਆ। ਉਸਨੇ ਜਿਸ ਵਕਤ ਇਹ ਸੁਣਿਆ ਕਿ ਪਹੁੰਚ ਗਏ, ਮਹਾਰਾਜ ਪਹੁੰਚ ਗਏ ਹਨ। ਪੁੱਛੋ ਤੁਰੰਗਰ ਬਸਤਰ ਬਿਸਾਲੇ। ਕੱਛ ਤਰੰਗ, ਕੁਝ ਘੋੜੇ ਤੇ ਕੁਝ ਵਿਸ਼ੇਸ਼ ਬਸਤਰ। ਕੱਛ ਤਰੰਗ ਤੋਂ ਭਾਵ ਹੈ ਸਤਿਗੁਰਾਂ ਨੂੰ ਭੇਟਾ ਕਰਨ ਦੇ ਲਈ ਉਸਨੇ ਇਹ ਸਾਰੀਆਂ ਭੇਟਾਵਾਂ ਤਿਆਰ ਕਰਵਾਈਆਂ ਹਨ, ਜਿਹਦੇ ਵਿੱਚ ਕੁਝ ਘੋੜੇ ਹਨ ਤੇ ਕੁਝ ਕੀਮਤੀ ਵਸਤਰ ਹਨ। ਦਰਬ ਲਿਓ ਕੇ ਤਿਕ ਸੰਗ ਚਾਲੇ। ਕੁਝ ਧਨ ਲਿਆ ਤੇ ਫਿਰ ਉਹ ਰਾਜਾ ਅੱਗੋਂ ਦੀ ਸਨਮਾਨ ਸਹਿਤ ਰਾਜਾ ਬਿਸ਼ਨ ਸਿੰਘ ਨੂੰ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ
ਅੱਗੋਂ ਰਸਤੇ ਤੋਂ ਲੈਣ ਆ ਰਿਹਾ ਹੈ। ਅਪਰ ਉਪਾਇਨ ਆਛੀ ਕਈ। ਹੋਰ ਵੀ ਕੁਝ ਕੀਮਤੀ ਵਸਤੂਆਂ ਭੇਟਾ ਰੂਪ ਵਿੱਚ ਦੇਣ ਦੇ ਲਈ ਨਾਲ ਰੱਖੀਆਂ ਹੋਈਆਂ ਸਨ। ਬਹੁਤ ਕੀਮਤੀ, ਬੇਸ਼ਕੀਮਤੀ, ਕਿਉਂਕਿ ਹਰ ਦੇਸ਼ ਦੀ ਇੱਕ ਆਪਣੀ ਮਹਾਨਤਾ ਹੁੰਦੀ ਹੈ। ਹਰ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਦੀ ਕੀਮਤ ਹੁੰਦੀ ਹੈ। ਸੋ ਉਸ ਦੇਸ਼ ਵਿੱਚ ਜੋ ਜੋ ਵੀ ਕੀਮਤੀ ਵਸਤੂਆਂ ਸਨ, ਕਾਮਰੂ ਦੇਸ਼ ਦੇ ਮੁਖੀ ਰਾਜੇ ਨੇ ਉਹ ਸਭ ਮਹਾਰਾਜ ਜੀ ਕੀ ਸੇਵਾ ਅੰਦਰ ਭੇਟਾ ਰੂਪ ਵਿੱਚ ਹਾਜ਼ਰ ਕੀਤੀਆਂ ਹਨ। ਉਹ ਲੈ ਕੇ ਆ ਰਿਹਾ ਹੈ। ਉਪਜੈ ਤਿਸੀ ਦੇਸ ਮੈਂ ਜਈ। ਜਿਹੜੀਆਂ ਵਸਤੂਆਂ ਉਸੇ ਦੇਸ਼ ਵਿੱਚ ਮਹਾਨ ਮੰਨੀਆਂ ਜਾਂਦੀਆਂ ਨੇ, ਉਸੇ ਦੇਸ਼ ਦੀ ਪ੍ਰਮੁੱਖ ਉਪਜ ਹੁੰਦੀਆਂ ਹਨ, ਉਹ ਵਸਤੂਆਂ ਲਿਆ ਰਿਹਾ ਹੈ ਜੀ। ਆਏ ਮਿਲਿਓ ਭੂਪਤ ਕੇ ਸਾਥ। ਫਿਰ ਪ੍ਰਥਮ ਜਦੋਂ ਉਹ ਰਾਜਾ ਆਇਆ, ਅੱਗੇ ਰਾਜਾ ਬਿਸ਼ਨ ਸਿੰਘ ਜਾ ਰਿਹਾ ਸੀ, ਆ ਕੇ ਸਭ ਤੋਂ ਪਹਿਲਾਂ ਜਿਹੜੀ ਮੁਲਾਕਾਤ ਭੇਟ ਹੋਈ ਹੈ ਉਹ ਰਾਜਾ ਬਿਸ਼ਨ ਸਿੰਘ ਦੇ ਨਾਲ ਹੁੰਦੀ ਹੈ। ਦੋਹਨ ਬੀਚ ਬੈਠੇ ਗੁਰਨਾਥ। ਹੁਣ ਰਾਜਾ ਬਿਸ਼ਨ ਸਿੰਘ ਤੇ ਕਾਮਰੂ ਦੇਸ਼ ਦਾ ਰਾਜਾ ਦੋਵੇਂ ਬੈਠੇ ਹਨ, ਪਰੰਤੂ ਇਹਨਾਂ ਦੋਵਾਂ ਦੇ ਵਿਚਾਲੇ ਜਿਹੜਾ ਪੁਰਖ ਬੈਠਾ ਹੈ, ਨੌਵੇਂ ਨਾਨਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰੂ ਦੋਵਾਂ ਦੇ ਵਿਚਾਲੇ ਬੈਠੇ। ਵਿਚਾਲੇ ਤੋਂ ਭਾਵ ਇਹ ਹੈ ਕਿ ਪਹਿਲੇ ਜਿਹੜੇ ਜੰਗ ਲੜਨ ਲਈ ਤਿਆਰ ਸਨ, ਹੁਣ ਆਪਸ ਵਿੱਚ ਰਲ ਕੇ ਬੈਠੇ ਹਨ। ਇੱਥੇ ਵਿਚਾਰਾਂ ਹੋਣਗੀਆਂ, ਵਿਚਾਰਾਂ ਤੋਂ ਬਾਅਦ ਇਹ ਜੰਗ ਸਦਾ ਲਈ ਇੱਥੋਂ ਖਤਮ ਹੋ ਜਾਣੀ ਹੈ। ਲੈਨ ਦੇਨ ਜੇ ਤਿਕ ਮਨ ਪਾਇਓ। ਪ੍ਰਥਮ ਮਿਲਦਿਆਂ ਨਾਲ ਜਿਸ ਵਕਤ ਮਿਲਣੀ ਹੋਈ ਨਾ ਆਪਸ ਵਿੱਚ, ਇਧਰੋਂ ਰਾਜਾ ਬਿਸ਼ਨ ਸਿੰਘ ਤੇ ਉਸ ਪਾਸੇ ਤੋਂ ਰਾਜਾ ਕਾਮਰੂ ਦੇਸ਼ ਦਾ ਮੁਖੀ, ਸੋ ਲੈਣ ਦੇਣ ਜੇਤਿਕ ਮਨ ਪਾਇਓ। ਜੋ ਜੋ ਕੀਮਤੀ ਵਸਤੂਆਂ ਮਹਾਰਾਜ ਕੇ ਚਰਨਾਂ ਵਿੱਚ ਭੇਟ ਕਰਨ ਲਈ ਉਹ ਲੈ ਕੇ ਆਇਆ ਸੀ, ਉਸ ਨੇ ਦਿੱਤੀਆਂ। ਇਧਰੋਂ ਰਾਜਾ ਬਿਸ਼ਨ ਸਿੰਘ ਜਿਹੜੀਆਂ ਕੀਮਤੀ ਵਸਤੂਆਂ ਨਜ਼ਰਾਨੇ ਵੱਖੋਂ ਉਹਨਾਂ ਪਾਸ ਲੈ ਕੇ ਗਿਆ ਸੀ, ਉਹ ਵੀ ਦਿੱਤਾ ਗਿਆ। ਸੋ ਇਸ ਵਿਧ ਆਪਸ ਵਿੱਚ ਲੈਣ ਦੇਣ ਜਿਹੜਾ ਸਤਿਕਾਰ ਵਜੋਂ ਹੋਇਆ ਹੈ ਜੀ। ਸ਼੍ਰੀ ਪ੍ਰਭ ਦੋਨੋਂ ਤੇ ਕਰਵਾਇਓ। ਸਤਿਗੁਰਾਂ ਨੇ ਆਪ ਵਿੱਚ ਪੈ ਕਰਕੇ ਆਪ ਕਹਿ ਕੇ ਕਿ ਦੇਖੋ ਭਾਈ, ਹੁਣ ਜੇ ਸੁਲਾਹ ਹੋ ਰਹੀ ਹੈ ਤੇ ਪਿਆਰ ਵੰਡਣਾ ਚਾਹੀਦਾ ਹੈ, ਇਸ ਲਈ ਤੁਸੀਂ ਆਪਣੀ ਜੋ ਵੀ ਕੀਮਤੀ ਵਸਤੂ ਭੇਟ ਕਰਨਾ ਚਾਹੁੰਦੇ ਹੋ ਇਸ ਰਾਜੇ ਨੂੰ ਕਰੋ, ਤੇ ਉਹ ਜਿਹੜਾ ਰਾਜਾ ਹੈ ਉਹ ਤੁਹਾਨੂੰ ਕਰੇ। ਇਸ ਵਿਧ ਆਪਸ ਦਾ ਦੋਨਾਂ ਰਾਜਿਆਂ ਦਾ ਆਪਸ ਲੈਣ ਦੇਣ ਜਿਹੜਾ ਹੈ ਕੀਤਾ ਹੈ। ਭਈ ਮਿੱਤਰਤਾ ਆਪਸ ਮਾਹੀ। ਤੇ ਜਿਸ ਵਕਤ ਇਹ ਕਾਰਜ ਕੀਤਾ, ਫਿਰ ਦੋਵੇਂ ਰਾਜੇ ਆਪਸ ਵਿੱਚ ਮਿੱਤਰ ਹੋ ਗਏ। ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਜਾਨੀ ਦੁਸ਼ਮਣ ਸਨ, ਮਹਾਰਾਜ ਜੀ ਕੀ ਬਖਸ਼ਿਸ਼ ਸਹਿਤ ਦੋਵੇਂ ਜਿਹੜੇ ਰਾਜੇ ਹਨ ਉਹ ਹੁਣ ਮਿੱਤਰਤਾ ਤੇ ਆ ਗਏ ਹਨ। ਬਧਿਓ ਪ੍ਰੇਮ ਰਸ ਉਰ ਹਰਿ ਖਾਹੀ। ਪ੍ਰੇਮ ਰਸ ਭਾਵ ਆਪਸੀ ਪ੍ਰੇਮ ਵੱਧ ਗਿਆ ਹੈ, ਜਿਸ ਕਰਕੇ ਹੁਣ ਦੋਨੋਂ ਹਿਰਦੇ ਦੇ ਤਲ ਤੇ ਬਹੁਤ ਪ੍ਰਸੰਨ ਹਨ। ਆਪਸ ਮੈਂ ਪਲਟੀ ਦਸਤਾਰ। ਫਿਰ ਇਸੇ ਖੁਸ਼ੀ ਵਿੱਚ ਨਾ ਦੋਨਾਂ ਰਾਜਿਆਂ ਨੇ, ਰਾਜਾ ਬਿਸ਼ਨ ਸਿੰਘ ਤੇ ਕਾਮਰੂ ਦੇਸ਼ ਦੇ ਰਾਜੇ ਨੇ ਆਮਣੇ ਸਾਹਮਣੇ ਬੈਠ ਕਰਕੇ ਆਪਣੀ ਆਪਣੀ ਜਿਹੜੀ ਦਸਤਾਰ ਹੈ ਜੀ, ਮਿਲੇ ਅੰਕ ਪਰ ਪੂਜਾ ਪਸਾਰ। ਫਿਰ ਉਹ ਦਸਤਾਰ ਜਿਹੜੀ ਹੈ ਇੱਕ ਦੂਜੇ ਰਾਜੇ ਨੂੰ ਦਿੱਤੀ ਹੈ, ਕਿਉਂਕਿ ਇਹ ਜਿਵੇਂ ਕਹਿ ਲਈਏ ਨਾ ਪੁਰਾਣੇ ਸਮੇਂ ਦੇ ਵਿੱਚ ਪੱਗ ਵਟਾ ਲੈਣੀ, ਦਸਤਾਰ ਭੇਟ ਕਰਨੀ। ਸੋ ਇਸ ਵਿਧ ਹੁਣ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਦੋਹਾਂ ਰਾਜਿਆਂ ਦਾ ਆਪਸ ਵਿੱਚ ਪਿਆਰ ਵਧਿਆ ਹੈ ਤੇ ਦਸਤਾਰ ਸੌਂਪ ਦਿੱਤੀ ਹੈ। ਪਨਤ ਪਰਸਪਰ ਮੁਦਰੇ ਬੈਣ। ਫਿਰ ਇਸ ਤੋਂ ਅੱਗੇ ਵਾਰਤਾਲਾਪ ਸ਼ੁਰੂ ਹੁੰਦੀ ਹੈ, ਆਪਸੀ ਗੱਲਬਾਤ ਜਿਹੜੀ ਜੋ ਮਹਾਰਾਜ ਚਾਹੁੰਦੇ ਸਨ। ਭਨਤ ਪਰਸਪਰ ਮਧੁਰੇ ਬੈਨ, ਮਿੱਠੇ ਬੋਲਾਂ ਦੇ ਵਿੱਚ ਇਹ ਜਿਹੜੀ ਬਾਤ ਹੈ, ਵਾਰਤਾਲਾਪ ਹੈ, ਇਹ ਪ੍ਰਾਰੰਭ ਹੋਈ। ਹਰਖਤ ਪਿਕਤ ਸਮੁਖ ਕਰ ਲੈਣ। ਤੇ ਦੋਨੋਂ ਰਾਜੇ ਅਤਿਅੰਤ ਪ੍ਰਸੰਨ ਸਨ, ਬਹੁਤ ਖੁਸ਼ ਸਨ। ਇਧਰੋਂ ਬਿਸ਼ਨ ਸਿੰਘ ਤੇ ਉਧਰੋਂ ਕਾਮਰੂ ਦੇਸ਼ ਦਾ ਰਾਜਾ ਬਹੁਤ ਪ੍ਰਸੰਨ ਹੈ, ਕਿਉਂਕਿ ਮੁੱਖ ਦੱਸ ਰਿਹਾ ਹੈ ਕਿ ਇਹ ਜਿਹੜੀ ਖੁਸ਼ੀ ਹੈ ਇਹ ਉੱਤੋਂ ਉੱਤੋਂ ਨਹੀਂ ਹੈ, ਹਿਰਦੇ ਦੇ ਤਲ ਤੋਂ ਇਹ ਬੋਲ ਆ ਰਹੇ ਨੇ, ਅੰਦਰੂਨੀ ਪੱਧਰ ਤੋਂ ਇਹ ਖੁਸ਼ੀ ਪ੍ਰਗਟ ਹੋ ਰਹੀ ਹੈ। ਦੇਸ ਕਾਮਰੂ ਕੇਰ ਨਰੇਸ਼। ਜਿਹੜਾ ਕਾਮਰੂ ਦੇਸ਼ ਦਾ ਮੁਖੀ ਰਾਜਾ ਹੈ ਜੀ, ਸਤਿਗੁਰ ਸੋ ਕੈ ਬਿਨੈ ਵਿਸ਼ੇਸ਼। ਉਸ ਨੇ ਫਿਰ ਸਤਿਗੁਰਾਂ ਵੱਲ ਮੁਖ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਦੇ ਅੰਦਰ ਇੱਕ ਬੇਨਤੀ ਕੀਤੀ ਹੈ। ਕੋ ਇੱਕ ਚਿੰਨ ਆਪ ਅਬ ਦੀਜੈ। ਤੇ ਹੱਥ ਜੋੜ ਕੇ ਕਹਿਣ ਲੱਗਾ, ਗਰੀਬ ਨਵਾਜ ਸਤਿਗੁਰੂ, ਪਹਿਲੇ ਤਾਂ ਆਪ ਜੀ ਸਾਡੇ ਦੇਸ਼ ਆਏ ਹੋ, ਸਾਡੇ ਸੁਭਾਗ ਨੇ, ਸਾਡੇ ਦੇਸ਼ ਦੀ ਧਰਤੀ ਧਨ ਹੋ ਗਈ ਹੈ, ਕਿਉਂਕਿ ਜਿੱਥੇ ਸਤਿਗੁਰਾਂ ਦੇ ਚਰਨ ਪੈ ਜਾਣ, ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਸੋ ਥਾਨ ਸੁਹਾਵਾ ਰਾਮ ਰਾਜ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਸੋ ਪ੍ਰਥਮ ਤਾਂ ਸਾਡੇ ਦੇਸ਼ ਦੀ ਇਹ ਧਰਤੀ ਧਨ ਹੋ ਗਈ ਹੈ ਕਿ ਆਪ ਆਏ ਹੋ। ਫਿਰ ਜੇ ਆਪ ਆਏ ਹੋ, ਰਾਜਾ ਵੀ ਨਾਲ ਆਇਆ, ਆਪ ਇੱਕ ਬਖਸ਼ਿਸ਼ ਕਰੋ, ਸਾਨੂੰ ਇਸ ਥਾਨ ਤੇ ਆਪਣੀ ਕੋਈ ਨਿਸ਼ਾਨੀ ਬਖਸ਼ ਦਿਓ।
ਕੋਈ ਨਾ ਕੋਈ ਚਿੰਨ੍ਹ ਦੇ ਦੇਵੋ, ਤਾਂ ਜੋ ਅਸੀਂ ਉਸ ਚਿੰਨ੍ਹ ਨੂੰ ਵੇਖ ਕਰਕੇ ਆਪ ਜੀ ਕੀ ਯਾਦ ਅੰਦਰ ਜੁੜ ਜਾਈਏ। ਕੋ ਇੱਕ ਚਿੰਨ੍ਹ ਆਪ ਅਵਦੀਜੈ, ਆਪ ਕਿਰਪਾ ਕਰਕੇ ਆਪਣਾ ਕੋਈ ਚਿੰਨ੍ਹ ਕੋਈ ਨਿਸ਼ਾਨੀ ਇੱਥੇ ਸਾਡੇ ਦੇਸ਼ ਵਿੱਚ ਬਖਸ਼ੋ ਜੀ। ਹਮ ਪਰ ਕਰਨਾ ਧਾਰ ਪ੍ਰਸੀਜੈ, ਆਪ ਵੀ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਕਿਉਂਕਿ ਸਾਡੇ ਤੇ ਕਿਰਪਾ ਕਰਕੇ ਸਾਨੂੰ ਕੋਈ ਨਿਸ਼ਾਨੀ ਦਿਓ, ਤਾਂ ਜੋ ਅਸੀਂ ਲੰਬੇ ਸਮੇਂ ਤੱਕ ਆਪ ਜੀਆਂ ਦੀ ਯਾਦ ਇਦਾਂ ਹੀ ਬਣਾ ਕੇ ਰੱਖ ਸਕੀਏ। ਪਗ ਕੀ ਪਨਹੀ ਕਹਿ ਹਮ ਦੇਹੋ, ਆਪ ਕਿਰਪਾ ਕਰੋ, ਆਪਣੇ ਪੈਰਾਂ ਦਾ ਜੋੜਾ ਜਾਂ ਖੜਾ ਕਹਿ ਲਈਏ ਜਾਂ ਨਿਸ਼ਾਨੀ ਵਜੋਂ ਸਾਨੂੰ ਦੇ ਦੇਵੋ ਜੀ। ਸਕਲ ਦੇਸ ਪੂਜੋਗੇ ਇਹੂ, ਤੇ ਅਸੀਂ ਇਸ ਸਥਾਨ ਤੇ ਜਾਂ ਕਿਸੇ ਪਵਿੱਤਰ ਮੁਬਾਰਕ ਸਥਾਨ ਤੇ ਉਸ ਨੂੰ ਰੱਖ ਕੇ ਆਪ ਜੀ ਕੀ ਆਮਦ ਦੇ ਯਾਦ ਵਜੋਂ ਸਾਰੇ ਦੇਸ਼ ਤੋਂ ਉਹਦੀ ਪੂਜਾ ਕਰਵਾਵਾਂਗੇ। ਸਾਰਾ ਦੇਸ਼ ਤੁਹਾਨੂੰ ਯਾਦ ਕਰਕੇ ਉਹਦੀ ਪੂਜਾ ਕਰੇਗਾ। ਭਾਵਰਤ ਕੀ ਹੈ ਵੀ ਸਤਿਗੁਰੂ ਆਏ ਸਨ, ਉਹਨਾਂ ਦੀ ਨਿਸ਼ਾਨੀ ਸਾਡੇ ਪਾਸ ਮੌਜੂਦ ਹੈ, ਉਸ ਨੂੰ ਦੇਖ ਕਰਕੇ ਅਸੀਂ ਆਪ ਜੀ ਦੀ ਯਾਦ ਅੰਦਰ ਜੁੜਾਂਗੇ ਜੀ। ਅਪਰ ਵਸਤ ਕਹਿ ਦਿਓ ਇਸ ਦੇਸ, ਜਾਂ ਫਿਰ ਕਿਰਪਾ ਕਰੋ, ਜੇ ਪੈਰ ਦਾ ਜੋੜਾ ਨਹੀਂ ਬਖਸ਼ਣਾ ਤੇ ਹੋਰ ਜੋ ਵੀ ਆਪ ਜੀ ਨੂੰ ਭਾਉਂਦਾ ਹੈ, ਕਿਉਂਕਿ ਇਹ ਤੇ ਗੁਰੂ ਦੀ ਮਰਜ਼ੀ ਹੈ ਨਾ ਗੁਰਮੁਖੋ, ਕਿੱਥੇ ਕੀ ਬਖਸ਼ਿਸ਼ ਕਰਨੀ ਹੈ, ਕਿੱਥੇ ਕੀ ਦੇਣਾ ਹੈ, ਕਿਸ ਢੰਗ ਨਾਲ ਦੇਣਾ ਹੈ। ਸੋ ਜੋ ਆਪ ਜੀ ਕੀ ਮੌਜ ਹੈ ਇੱਧਰ ਸਾਡੇ ਦੇਸ਼ ਵਿੱਚ, ਬੰਗਾਲ ਦੇਸ਼ ਵਿੱਚ ਕੋਈ ਨਾ ਕੋਈ ਨਿਸ਼ਾਨੀ ਵਜੋਂ ਕੁਝ ਸਾਨੂੰ ਬਖਸ਼ ਦਿਓ ਜੀ। ਜਿਸ ਤੇ ਸਰਦਾ ਧਰੈ ਵਿਸ਼ੇਸ਼, ਬਸ ਜਿਸ ਨਿਸ਼ਾਨੀ ਨੂੰ ਵੇਖ ਕਰਕੇ ਸਾਡੇ ਵਰਗੇ ਜੀਵਾਂ ਦੀ ਆਪ ਜੀ ਕੇ ਚਰਨਾਂ ਦੇ ਵਿੱਚ ਸ਼ਰਧਾ ਬਣ ਜਾਏ, ਪਿਆਰ ਬਣਿਆ ਰਹੇ। ਇਮ ਰਾਜਾ ਕੋ ਪ੍ਰੇਮ ਪਰੇਖਾ, ਇਸ ਵਿਦ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਸਤਿਗੁਰਾਂ ਨੇ ਨਾ ਹੁਣ ਰਾਜੇ ਦੇ ਅੰਦਰ ਦਾ ਪ੍ਰੇਮ ਪਰਖਿਆ ਹੈ, ਵੇਖਿਆ ਹੈ ਜੀ। ਕਿਰਪਾ ਦ੍ਰਿਸ਼ਟੇ ਤਿਸ ਕੋ ਦੇਖਾ, ਫਿਰ ਕਿਰਪਾ ਦ੍ਰਿਸ਼ਟੀ ਕੀਤੀ, ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਰਾਜੇ ਵੱਲ ਤੱਕਿਆ ਤੇ ਮਹਿਸੂਸ ਕੀਤਾ ਵੀ ਹੁਣ ਸੱਚਮੁੱਚ ਇਹ ਸਾਡੇ ਦੀਨ ਹੋ ਚੁੱਕੇ ਨੇ, ਨਿਮਰ ਹੋ ਚੁੱਕੇ ਨੇ, ਇਹ ਅੰਦਰੋਂ ਹੁਣ ਸਾਡੇ ਤੋਂ ਕੁਝ ਨਾ ਕੁਝ ਮੰਗ ਰਹੇ ਹਨ। ਸੋ ਇਸ ਵਿਦ ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਸ੍ਰੀ ਗੁਰ ਆਪਣੋ ਤਨੁਖ ਸੰਭਾਰਾ, ਉਸੇ ਵਕਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਜਿਹੜਾ ਤਨੁਖ ਕਮਾਨ ਜਿਹੜੀ ਸੀ ਉਸ ਨੂੰ ਸੰਭਾਲਿਆ ਹੈ। ਤਰਕਸ ਤੇ ਇੱਕ ਬਾਣ ਨਿਕਾਰਾ, ਮਹਾਰਾਜ ਨੇ ਆਪਣੀ ਕਮਾਨ ਚੱਕੀ ਤੇ ਆਪਣੇ ਮੋਢੇ ਤੋਂ ਤਰਕਸ ਦੇ ਵਿੱਚੋਂ ਇੱਕ ਜਿਹੜਾ ਬਾਣ ਸੀ ਉਹ ਕੱਢਿਆ ਤੇ ਉਸ ਤਰਕਸ ਦੇ ਉੱਪਰ, ਉਸ ਕਮਾਨ ਦੇ ਉੱਪਰ ਕੱਸਿਆ ਹੈ ਜੀ। ਤਰਕੈ ਜੇ ਕਾਨ ਲਗ ਤਾਣਾ, ਤੇ ਫਿਰ ਉਸ ਬਾਣ ਨੂੰ ਨਾ ਉਸ ਕਮਾਨ ਦੇ ਵਿੱਚ ਧਰ ਕੇ ਤੇ ਇਹਨੇ ਜ਼ੋਰ ਨਾਲ ਖਿੱਚਿਆ ਕਿ ਜਿਵੇਂ ਕੋਈ ਨਿਸ਼ਾਨਚੀ ਨਿਸ਼ਾਨਾ ਲਾਉਂਦਾ ਹੈ ਨਾ, ਨਿਸ਼ਾਨੇ ਨੂੰ ਮੁੱਖ ਰੱਖ ਕੇ ਤੇ ਉਹਦੇ ਉੱਪਰ ਦਬਾਅ ਬਣਾਉਣ ਦੇ ਲਈ ਉਹਦਾ ਜਿਹੜਾ ਪਟਾ ਹੈ ਉਹਨੂੰ ਕੰਨ ਤੱਕ ਖਿੱਚ ਲੈਣਾ, ਭਾਵ ਇੰਨਾ ਜ਼ੋਰ ਬਣਾ ਦੇਣਾ ਉਹਦੇ ਉੱਪਰ ਕਿ ਉਹ ਬਾਣ ਸ਼ੂਕਦਾ ਹੋਇਆ ਨਿਕਲੇ। ਮਹਾਰਾਜ ਨੇ ਕੰਨ ਤੱਕ ਉਸ ਬਾਣ ਨੂੰ ਨਿਸ਼ਾਨਾ ਲੈ ਕੇ ਤਾਣਿਆ ਹੈ। ਦੇਖੋ ਸਨਮੁਖ ਬਿਟਪ ਨਿਸ਼ਾਨਾ, ਤੇ ਮਹਾਰਾਜ ਕੋਈ ਨਿਸ਼ਾਨਾ ਵੇਖ ਰਹੇ ਸਨ। ਕੀ ਵੇਖ ਰਹੇ ਸਨ ਅੱਗੇ ਜ਼ਿਕਰ ਕਰਨਗੇ। ਆਪਣਾ ਨਿਸ਼ਾਨਾ ਵੇਖ ਕਰਕੇ ਮਹਾਰਾਜ ਉਸ ਨਿਸ਼ਾਨੇ ਤੇ ਇਸ ਬਾਣ ਨੂੰ ਦਾਗ ਰਹੇ ਹਨ, ਭਾਵ ਤੀਰ ਚਲਾ ਰਹੇ ਹਨ ਜੀ। ਤਿਸ ਕੋ ਤਾਕ ਤਨੁਖ ਤੇ ਤਿਆਗਿਓ, ਨਿਸ਼ਾਨਾ ਲਾ ਕਰਕੇ ਮਹਾਰਾਜ ਨੇ ਤਨੁਖ ਤੋਂ ਆਪਣੇ ਕਮਾਨ ਤੋਂ ਉਹ ਜਿਹੜਾ ਤੀਰ ਹੈ ਉਹ ਚਲਾ ਦਿੱਤਾ ਹੈ। ਬੜੇ ਬੇਗ ਤੇ ਤਰਵਰ ਲਾਗਿਓ, ਤੇ ਉਹ ਜਿਹੜਾ ਤੀਰ ਸੀ ਉਹ ਬੜੀ ਤੇਜ਼ੀ ਦੇ ਨਾਲ ਕਮਾਨ ਚੋਂ ਸ਼ੂਕਦਾ ਹੋਇਆ ਸਾਹਮਣੇ ਇੱਕ ਰੁੱਖ ਹੈ, ਇੱਕ ਵੱਡਾ ਪੇੜ ਹੈ, ਉਹਦੇ ਵਿੱਚ ਜਾ ਕਰਕੇ ਲੱਗਾ ਹੈ। ਪਲਕਾ ਪਈ ਪਾਰਿਮ ਗਇਓ, ਤੇ ਇਤਨੀ ਤੇਜ਼ੀ ਦੇ ਨਾਲ ਬਾਣ ਛੁੱਟਾ, ਇੰਨੇ ਜ਼ੋਰ ਨਾਲ ਸਤਿਗੁਰਾਂ ਨੇ ਉਹ ਤੀਰ ਚਲਾਇਆ ਕਿ ਉਹ ਜਿਹੜੀ ਤੀਰ ਦੀ ਨੋਕ ਹੈ ਉਸ ਬਾਣ ਉਸ ਪੇੜ ਨੂੰ ਚੀਰ ਕਰਕੇ ਤੇ ਉਹਦਾ ਅਗਲਾ ਤਿੱਖਾ ਪਾਸਾ ਜਿਹੜਾ ਸੀ ਉਹ ਦੂਜੇ ਪਾਸੇ ਨਿਕਲ ਗਿਆ। ਭਾਵ ਤੀਰ ਅੱਧਾ ਬਾਣ ਦੇ ਵਿੱਚ ਹੈ, ਉਹਦਾ ਕੁਛ ਹਿੱਸਾ ਜਿਹੜਾ ਹੈ ਅੱਧਾ ਜਿਹੜਾ ਰੁੱਖ ਦੇ ਵਿੱਚ ਹੈ, ਜਿਵੇਂ ਰੁੱਖ ਦੇ ਵਿੱਚੋਂ ਚੀਰਦਾ ਹੋਇਆ, ਰੁੱਖ ਨੂੰ ਪਾਸ ਕਰਦਾ ਹੋਇਆ, ਉਹਦਾ ਜਿਹੜਾ ਅੱਗੇ ਤਿੱਖਾ ਭਾਗ ਹੁੰਦਾ ਹੈ ਉਹ ਅਗਲੇ ਦੂਜੇ ਪਾਸੇ ਜਾ ਨਿਕਲਿਆ ਹੈ। ਦੋ ਦਿਸ ਤਨਕ ਤਨਕ ਦਿਖ ਪਇਓ, ਹੁਣ ਉਹ ਸਾਰੇ ਦਾ ਸਾਰਾ ਤੀਰ ਜਿਹੜਾ ਹੈ ਨਾ ਉਹ ਰੁੱਖ ਦੇ ਵਿੱਚ ਹੈ। ਥੋੜਾ ਜਿਹਾ ਇੱਕ ਪਾਸੋਂ ਜਿੱਧਰੋਂ ਪਾਰਲੇ ਬੰਨੇ ਤੋਂ ਪਾਰ ਦਿਸ ਰਿਹਾ ਹੈ ਤੇ ਥੋੜਾ ਜਿਹਾ ਚਲਾਉਣ ਵਾਲੇ ਪਾਸੇ ਤੋਂ ਪਿਛਲੇ ਪਾਸੇ ਤੋਂ ਦਿਸ ਰਿਹਾ। ਇਸ ਵਿਧ ਨਾਲ ਉਹ ਜਿਹੜਾ ਤੀਰ ਸੀ ਉਸ ਰੁੱਖ ਦੇ ਵਿੱਚੋਂ ਦੀ ਕ੍ਰਾਸ ਕਰ ਗਿਆ, ਲੰਘ ਗਿਆ, ਪਰੰਤੂ ਰਿਹਾ ਵਿੱਚ ਹੀ ਹੈ, ਬਾਹਰ ਨਹੀਂ।
ਬਾਕੀ ਦਾ ਸਾਰਾ ਉਸ ਰੁੱਖ ਦੇ ਪੇਡੇ ਅੰਦਰ ਹੈ। ਥੋੜਾ ਜਿਹਾ ਸਾਹਮਣੇ ਤੋਂ ਤੇ ਥੋੜਾ ਜਿਹਾ ਜਿਹੜੇ ਪਾਸੇ ਤੋਂ ਚਲਾਇਆ ਗਿਆ ਇਧਰੋਂ ਦਿਸਣ ਲੱਗਾ। ਸਤਿਗੁਰ ਕਹਿਓ ਚਿੰਨ ਇਹ ਥਾਨ। ਤੇ ਮਹਾਰਾਜ ਨੇ ਕਾਮਰੂ ਦੇਸ਼ ਦੇ ਰਾਜੇ ਵੱਲ ਤੱਕ ਕੇ ਕਿਹਾ, ਲਓ ਜੀ ਇਹ ਹੈ ਉਹ ਨਿਸ਼ਾਨੀ ਜੋ ਤੁਸੀਂ ਸਾਡੇ ਤੋਂ ਮੰਗ ਰਹੇ ਹੋ, ਇਹ ਉਹ ਚਿੰਨ੍ਹ ਹੈ ਜੋ ਤੁਸੀਂ ਸਾਡੇ ਅੱਗੇ ਅਰਜ਼ ਕੀਤੀ ਹੈ। ਪੂਜੈ ਸਗਰੇ ਸਰਦਾ ਠਾਨ। ਬਸ ਇਸੇ ਚਿੰਨ੍ਹ ਨੂੰ ਹੀ ਸਾਡੀ ਨਿਸ਼ਾਨੀ ਵਜੋਂ ਪੂਜਿਆ ਜੇ, ਇਸੇ ਚਿੰਨ੍ਹ ਨੂੰ ਸਾਡੀ ਤਾਕਤ ਵਜੋਂ, ਸਾਡੀ ਬਖਸ਼ਿਸ਼ ਵਜੋਂ, ਕਿਉਂਕਿ ਗੁਰਮੁਖੋ ਇਹ ਵੀ ਗੱਲ ਸਾਡੇ ਲਈ ਵਿਚਾਰਨ ਵਾਲੀ ਹੈ। ਹੁਣ ਇੱਥੇ ਕਈ ਸਾਡੇ ਵਰਗੇ ਸ਼ੰਕਾ ਕਰਨਗੇ ਵੀ ਮਹਾਰਾਜ ਨੇ ਕੀ ਕੌਤਕ ਵਰਤਾਇਆ, ਮਹਾਰਾਜ ਜੋੜਾ ਕਿਉਂ ਨਹੀਂ ਦਿੱਤਾ, ਕੋਈ ਆਪਣੇ ਸੀਸ ਦੀ ਦਸਤਾਰ ਦੇ ਦਿੰਦੇ ਜਾਂ ਕੋਈ ਹੋਰ ਸ਼ੈ ਦੇ ਦਿੰਦੇ, ਬਾਣ ਹੀ ਕਿਉਂ ਚਲਾਇਆ, ਤੀਰ ਨੂੰ ਬਾਣ ਇੰਨੇ ਵੇਗ 'ਚ ਕਿਉਂ ਚਲਾਇਆ ਵੀ ਉਹ ਰੁੱਖ ਵਿੰਨ ਕੇ ਰੱਖ ਦਿੱਤਾ। ਇਹ ਬੜੀ ਵਿਚਾਰਨ ਵਾਲੀ ਗੱਲ ਹੈ, ਕਿਉਂਕਿ ਨਿਸ਼ਾਨੀ ਤਾਂ ਗੁਰੂ ਨਾਨਕ ਸਾਹਿਬ ਨੇ ਬੜੇ ਥਾਵਾਂ ਤੇ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਜਿੱਥੇ ਬਾਬਾ ਜਾਂਦੇ ਸਨ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਜੋਤ ਜਗਾਈ, ਉੱਥੇ ਆਪਣੇ ਜੋੜੇ ਦਿੱਤੇ, ਪੈਰਾਂ ਦੀਆਂ ਖੜਾਵਾਂ ਦਿੱਤੀਆਂ। ਹੋਰ ਥਾਵਾਂ ਤੇ ਗੁਰੂ ਕਾਲ ਵਿੱਚ ਮਹਾਰਾਜ ਨੇ ਨਿਸ਼ਾਨੀਆਂ ਦਿੱਤੀਆਂ, ਪਰੰਤੂ ਇਹ ਤੇ ਬੜੀ ਵਿਚਿੱਤਰ ਨਿਸ਼ਾਨੀ ਦਿੱਤੀ ਹੈ। ਅਸਲ ਵਿੱਚ ਗੱਲ ਕੀ ਹੈ, ਇਹ ਦੋ ਰਾਜਾਂ ਦੀ ਲੜਾਈ ਹੈ ਤੇ ਦੋ ਰਾਜਾਂ ਦੀ ਲੜਾਈ ਇੰਨੀ ਭਿਅੰਕਰ ਹੈ, ਬੜੇ ਲੰਬੇ ਸਮੇਂ ਤੋਂ ਲੜੀ ਜਾ ਰਹੀ ਹੈ। ਜਿਸ ਰਾਜ ਨੂੰ ਅੱਜ ਗੁਰਦੇਵ ਨੇ ਫਤਿਹ ਕੀਤਾ ਨਾ, ਉਹ ਰਾਜ ਕਦੇ ਕਿਸੇ ਦੂਜੇ ਰਾਜੇ ਤੋਂ ਝੁਕਿਆ ਨਹੀਂ ਹੈ। ਉਸ ਰਾਜ ਦੇ ਜਿਹੜੇ ਰਾਜੇ ਦਾ ਬਲ ਹੈ ਨਾ, ਦੂਜਾ ਕੋਈ ਕਿਸੇ ਦੇਸ਼ ਦਾ ਰਾਜਾ ਉਸ ਨੂੰ ਨਿਵਾ ਨਹੀਂ ਸਕਿਆ। ਪਹਿਲੀ ਵਾਰ ਸਤਿਗੁਰਾਂ ਨੇ ਆਪਣੀ ਤਾਕਤ ਦੇ ਨਾਲ ਇਸ ਰਾਜੇ ਨੂੰ ਨਿਵਣ ਤੇ ਮਜਬੂਰ ਕਰ ਦਿੱਤਾ, ਤੇ ਫਿਰ ਉਹਨੂੰ ਨਿਸ਼ਾਨੀ ਵੀ ਉਸ ਤਰ੍ਹਾਂ ਦੀ ਦਿੱਤੀ, ਚਿੰਨ੍ਹ ਵੀ ਉਸ ਤਰ੍ਹਾਂ ਦਾ ਦਿੱਤਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੱਲ ਸਪਸ਼ਟ ਰਵੇ, ਪਤਾ ਲੱਗਦਾ ਰਵੇ ਕਿ ਕੋਈ ਅਜ਼ਮਤ ਵਾਲਾ ਆਇਆ ਸੀ ਜਿਹੜਾ ਇਹਨਾਂ ਨੂੰ ਫਤਿਹ ਕਰਕੇ ਗਿਆ ਸੀ। ਭਾਵ ਕਿ ਉਹ ਜਾਦੂਗਰ ਲੋਕ ਨੇ, ਮੰਤਰ ਇਲਮ ਆਦਿਕ ਪੜ੍ਹਦੇ ਨੇ, ਵੱਡਿਆਂ ਵੱਡਿਆਂ ਨੂੰ ਝੁਕਾ ਲੈਂਦੇ ਨੇ ਇਲਮ ਦੇ ਨਾਲ। ਫਿਰ ਜਦੋਂ ਅਗਲਾ ਦਬ ਜਾਂਦਾ, ਮਨੋਬਲ ਡਿੱਗ ਪੈਂਦਾ, ਫਿਰ ਸ਼ਸਤਰ ਚਲਾ ਦਿੰਦੇ ਨੇ, ਉਸ ਨੂੰ ਮਾਰ ਦਿੰਦੇ ਨੇ ਜਾਂ ਉੱਥੋਂ ਦੌੜ ਜਾਂਦਾ। ਕੋਈ ਰਾਜਾ ਜਿੱਤ ਨਹੀਂ ਸਕਦਾ। ਪਰੰਤੂ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਮੁਹਿੰਮ ਫਤਿਹ ਕੀਤੀ ਹੈ। ਜਦੋਂ ਨਿਸ਼ਾਨੀ ਮੰਗੀ ਹੈ, ਆਪਣੇ ਬਾਣ ਦੇ ਨਾਲ, ਆਪਣੀ ਕਮਾਨ ਦੇ ਨਾਲ ਐਸਾ ਬਾਣ ਚਲਾਇਆ, ਰੁੱਖ ਵਿੰਨ ਕੇ ਰੱਖ ਦਿੱਤਾ ਤੇ ਕਿਹਾ ਇਹ ਨਿਸ਼ਾਨੀ ਹੈ, ਜਦੋਂ ਵੀ ਸਾਨੂੰ ਯਾਦ ਕਰਨਾ ਹੋਵੇ ਇਸ ਰੁੱਖ ਥੱਲੇ ਬਹਿ ਜਾਣਾ, ਇਹ ਰੁੱਖ ਸਾਡੀ ਨਿਸ਼ਾਨੀ ਵਜੋਂ ਇੱਥੇ ਸਦਾ ਹੀ ਕਾਇਮ ਰਹੇਗਾ। ਇਹ ਨਿਸ਼ਾਨੀ ਦੇ ਦਿੱਤੀ। ਇਹਦੇ ਵਿੱਚ ਇਹ ਵੀ ਹੈ ਕਿ ਉਹਨਾਂ ਨੂੰ ਰਾਜ ਤੇਜ ਵੀ ਵਿਖਾ ਦਿੱਤਾ ਕਿ ਜਿਹੜੀ ਤਾਕਤ ਦਾ ਅਸੀਂ ਗੁਮਾਨ ਕਰਦੇ ਹਾਂ, ਜਿਨ੍ਹਾਂ ਮੰਤਰਾਂ ਤੇ ਸਾਡਾ ਮਨ ਮਾਣ ਕਰਦਾ ਸੀ, ਉਸ ਤੋਂ ਵੀ ਸਰਮੋਰ ਮੰਤਰ ਵਾਲੇ ਇਸ ਧਰਤੀ ਦੇ ਉੱਪਰ ਵਸਦੇ ਨੇ, ਉਸ ਤੋਂ ਵੀ ਵੱਡੀ ਕਲਾ ਵਾਲੇ ਬੈਠੇ ਨੇ। ਤੇ ਜਦੋਂ ਬਾਣ ਨੇ ਰੁੱਖ ਵਿੰਨਿਆ, ਸੁਭਾਵਕ ਪਤਾ ਲੱਗ ਜਾਂਦਾ ਵੀ ਸੂਰਮੇ ਦੇ ਅੰਦਰ ਕਿੰਨਾ ਕੁ ਬਲ ਹੈ। ਜਦੋਂ ਕੋਈ ਰੁੱਖ ਐਡਾ ਕਿਸੇ ਦਾ ਪੇਡਾ ਉਹਨੂੰ ਵਿੰਨ ਕੇ ਤੀਰ ਦੂਜੇ ਬੰਨੇ ਲੰਘ ਜਾਏ, ਉਹ ਤਾਕਤ ਸਿੱਧ ਕਰਦਾ ਵੀ ਸੂਰਮਿਆਂ ਦੇ ਵਿੱਚ ਕਿੰਨੀ ਸ਼ਕਤੀ, ਕਿੱਡਾ ਬਲ ਹੁੰਦਾ ਹੈ। ਸੋ ਇਸ ਵਿਦ ਮਹਾਰਾਜ ਜੀ ਨੇ ਨਾ, ਸਤਿਗੁਰੂ ਕਹਿਓ ਚਿੰਨ੍ਹ ਥਾਨ, ਪੂਜੋ ਸਗਰੇ ਸਰਦਾ ਥਾਨ। ਮਹਾਰਾਜ ਨੇ ਕਿਹਾ ਕਿ ਵੇਖੋ ਭਾਈ, ਜੇ ਤੁਸੀਂ ਸਾਡੀ ਸ਼ਰਨ ਵਿੱਚ ਆਏ ਹੋ, ਅਸੀਂ ਤੁਹਾਨੂੰ ਇਹ ਨਿਸ਼ਾਨੀ ਬਖਸ਼ਦੇ ਹਾਂ। ਇਹ ਚਿੰਨ੍ਹ ਹੈ, ਇਸ ਨੂੰ ਗੁਰੂ ਜਾਣ ਕੇ ਸਾਨੂੰ ਯਾਦ ਕਰਨਾ, ਅਸੀਂ ਤੁਹਾਡੀ ਇੱਥੇ ਸਹਾਇਤਾ ਕਰਾਂਗੇ। ਇਸ ਵੇਦ ਨਾ ਪੂਰਬ ਦੇਸ਼ ਦੇ ਵਿੱਚ ਬ੍ਰਹਮਪੁੱਤਰ ਨਦੀ ਤੋਂ ਅੱਗੇ ਕਾਮਰੂ ਬੰਗਾਲ ਦੇਸ਼ ਤੱਕ, ਅਸਾਮ ਤੱਕ ਸਤਿਗੁਰਾਂ ਨੇ ਜਾ ਕੇ ਆਪਣੀ ਬਖਸ਼ਿਸ਼ ਵਰਤਾਈ। ਦੋ ਵੱਡੇ ਰਾਜੇ ਜਿਹੜੇ ਭਿੜ ਰਹੇ ਸਨ, ਵਿੱਚ ਪੈ ਕਰਕੇ ਉਹਨਾਂ ਦੀ ਸੰਧੀ ਕਰਵਾਈ। ਰਾਜਾ ਬਿਸ਼ਨ ਸਿੰਘ ਵੀ ਬਹੁਤ ਪ੍ਰਸੰਨ ਹੋਇਆ। ਕਾਮਰੂ ਦੇਸ਼ ਦਾ ਰਾਜਾ ਤੇ ਉੱਥੋਂ ਦੀ ਬਹੁਤ ਸਾਰੀ ਲੋਕਾਈ ਮਹਾਰਾਜ ਜੀ ਕੇ ਚਰਨਾਂ ਦੀ ਸੇਵਕ ਬਣ ਗਈ, ਸੇਵਾ ਕੀਤੀ, ਬੜੀਆਂ ਅਸੀਸਾਂ ਲਈਆਂ। ਸੋ ਇਸ ਵੇਲੇ ਸਤਿਗੁਰੂ ਇਹ ਜੰਗ ਜਿਹੜੀ ਹੈ ਫਤਿਹ ਕਰਕੇ ਵਾਪਸ ਪੰਜਾਬ ਦੇਸ਼ ਵੱਲ ਨੂੰ, ਪੂਰਬ ਦੇਸ਼ ਤੋਂ ਹੁੰਦੇ ਮੁੜਦੇ ਨੇ। ਇਹ ਜਿਹੜਾ ਸਾਖੀ ਦਾ ਵਰਤਾਂਤ ਚੱਲ ਰਿਹਾ, ਇਹ ਵੀ ਕੁਝ ਲੰਬੇਰਾ, ਯਤਨ ਕਰਾਂਗੇ ਰਹਿੰਦੀਆਂ ਵਿਚਾਰਾਂ ਇਸੇ ਤਰ੍ਹਾਂ ਹੀ ਇਹਨਾਂ ਸਮਿਆਂ ਦੌਰਾਨ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ ਜੀ ਅੱਜ ਇਤਨੀਆਂ ਹੀ ਮਿੰਤੀਆਂ ਪ੍ਰਵਾਨ ਕਰਨੀਆਂ। ਗੁਰੂ ਇਤਿਹਾਸ ਵਾਚ ਦੀਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਨੇ, ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਈਏ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।